ਖੋਰੇ ਮੇਰੀ ਕਲਮ ਨੂੰ ਕੀ ਹੋ ਗਿਆ। ਪਿਆਰ ਲਿਖਾਂ ਤਾਂ ਮਾਂ ਲਿਖਦੀ ਹੈ, ਸੰਸਕਾਰ ਲਿਖਾਂ ਤਾਂ ਮਾਂ ਲਿਖਦੀ ਹੈ, ਰੱਬ ਲਿਖਾਂ ਤਾਂ ਮਾਂ ਲਿਖਦੀ ਹੈ, ਜੰਨਤ ਲਿਖਾਂ ਤਾਂ ਮਾਂ ਲਿਖਦੀ ਹੈ। ਜਦ ਮੈਂ ਪੁੱਛਿਆ ਇਸ ਕਮਲੀ ਕਲਮ ਨੂੰ ਤੂੰ ਕੀ ਲਿਖਦੀ ਆ, ਉਹ ਕਹਿੰਦੀ ਕਮਲਿਆ ਮੈਂ ਤਾਂ ਉਹ ਲਿਖਦੀ ਆ ਜੋ ਤੂੰ ਲੱਭਦਾ ਹੈ, ਮੈਂ ਉਹਦਾ ਨਾਂ ਲਿਖਦੀ ਆ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਰਬਜੀਤ ਸਿੰਘ ਟੱਕ ਤੇ ਸਭ ਤੋਂ ਪਹਿਲਾਂ ਤੁਹਾਨੂੰ ਅੱਜ ਮਦਰਸ ਡੇ ਦੀਆਂ ਬਹੁਤ-ਬਹੁਤ ਮੁਬਾਰਕਾਂ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਹਮੇਸ਼ਾ ਦੀ ਤਰ੍ਹਾਂ ਇੱਕ ਕਹਾਣੀ ਤੋਂ ਤੇ ਉਸ ਤੋਂ ਬਾਅਦ ਰੂਬਰੂ ਕਰਾਉਂਗਾ ਤੁਹਾਨੂੰ ਅੱਜ ਦੇ ਗੈਸਟ ਨਾਲ। ਸੋ ਕਹਾਣੀ ਸੀ, ਕਿਸੇ ਘਰ 'ਚ ਇੱਕ ਬੱਚੇ ਨੇ ਜਨਮ ਲਿਆ, ਪਰ ਜਦੋਂ ਜਨਮ ਲਿਆ ਤੇ ਜਿਹੜੇ ਉਹਦੇ ਫਾਦਰ ਸਾਹਿਬ ਸੀ ਉਹ ਚੱਲ ਬਸੇ। ਮਾਂ ਨੇ ਬੜੀ ਮੁਸ਼ਕਿਲ ਨਾਲ ਇਸ ਬੱਚੇ ਨੂੰ ਪਾਲਿਆ। ਬੱਚਾ ਹੌਲੀ ਹੌਲੀ ਜਦੋਂ ਜਵਾਨ ਹੋ ਰਿਹਾ ਸੀ, ਮਾਂ ਦੀ ਉਂਗਲੀ ਫੜ ਕੇ ਖੇਡਦਾ ਰਿਹਾ, ਮਾਂ ਦੇ ਬਾਲ ਪੜਦਾ ਰਿਹਾ, ਮਾਂ ਦੀ ਗੋਦੀ 'ਚ ਖੇਡ ਖੇਡ ਕੇ ਉਹ ਜਵਾਨ ਹੋਇਆ। ਤੇ ਜਦੋਂ ਉਹ ਸਕੂਲ ਜਾਣ ਲੱਗਾ ਤੇ ਇੱਕ ਵਾਰੀ ਉਹਨਾਂ ਦੇ ਜਿਹੜੇ ਸਕੂਲ ਦੇ ਟੀਚਰ ਸੀ ਉਹਨਾਂ ਨੇ ਕਿਹਾ ਵੀ ਆਪਣੇ ਪੇਰੈਂਟਸ ਨੂੰ ਲੈ ਕੇ ਆਓ, ਪੇਰੈਂਟਸ ਮੀਟਿੰਗ ਸੀ। ਤੇ ਉਹ ਬੜਾ ਜਿੱਦਾਂ ਨਿਰਾਸ਼ ਜਿਹਾ ਹੋ ਗਿਆ, ਕਿਉਂਕਿ ਉਹਦੀ ਮਾਂ ਇੱਕ ਅੱਖ ਤੋਂ ਕਾਣੀ ਸੀ ਔਰ ਉਹਨੂੰ ਇਸ ਗੱਲ ਦਾ ਬੜਾ ਸ਼ਰਮ ਮਹਿਸੂਸ ਕਰਦਾ ਸੀ ਕਿ ਮੇਰੀ ਮਾਂ ਇੱਕ ਅੱਖ ਤੋਂ ਕਾਣੀ ਹੈ, ਸੋਹਣੀ ਨਹੀਂ ਲੱਗਦੀ, ਮੈਂ ਇਹਨੂੰ ਕਿੱਦਾਂ ਲੈ ਕੇ ਜਾਊਂਗਾ ਸਕੂਲ 'ਚ। ਉਹ ਸਕੂਲ 'ਚ ਨਹੀਂ ਲੈ ਕੇ ਗਿਆ। ਚਲੋ ਹੌਲੀ ਹੌਲੀ ਬੱਚਾ ਜਵਾਨ ਹੁੰਦਾ ਗਿਆ ਤੇ ਮਾਂ ਨੂੰ ਵੀ ਉਹਨੇ ਘਰੋਂ ਕੱਢਤਾ। ਜਦੋਂ ਵਿਆਹ ਹੋ ਗਿਆ ਉਹਨੇ ਮਾਂ ਨੂੰ ਘਰੋਂ ਕੱਢਤਾ। ਮਾਂ ਆਪਣੇ ਪਿੰਡ 'ਚ ਇਕੱਲੀ ਰਹਿਣ ਲੱਗ ਪਈ। ਲੇਕਿਨ ਜਦੋਂ ਇੱਕ ਵਾਰੀ ਉਹ ਵਾਪਸ ਪਿੰਡ ਆਇਆ, ਆ ਕੇ ਉੱਥੇ ਨਹੀਂ ਰੁਕਿਆ, ਹਾਲਾਂਕਿ ਉਹਦੀ ਜਿਹੜੀ ਆਪਣੀ ਵਾਈਫ ਸੀ ਨਾਲ ਦੇ ਪਿੰਡ 'ਚ, ਉਹਦੇ ਘਰ ਜਾ ਕੇ ਰੁਕਿਆ ਔਰ ਉਹਦੇ ਬੱਚੇ ਦਾ ਜਿਹੜਾ ਸੀ ਜਨਮ ਦਿਨ ਸੀ ਉਸ ਮੁੰਡੇ ਦਾ। ਤੇ ਮਾਂ ਨੂੰ, ਕਿਉਂਕਿ ਮਾਂ ਦਾ ਦਿਲ ਤੁਹਾਨੂੰ ਪਤਾ ਹੈ ਕਿਸ ਤਰ੍ਹਾਂ ਹੁੰਦਾ ਹੈ, ਚਾਹੇ ਜਿੱਦਾਂ ਮਰਜ਼ੀ ਬੱਚੇ ਬੁਰੇ ਹੋਣ ਲੇਕਿਨ ਮਾਂ ਹਮੇਸ਼ਾ ਆਪਣੇ ਬੱਚਿਆਂ ਨੂੰ ਪਿਆਰ ਕਰਦੀ ਹੈ। ਮਾਂ ਨੇ ਇੱਕ ਫੁੱਲ ਲਿਆ ਤੇ ਇੱਕ ਖੱਤ ਲਿਖਿਆ। ਉਹ ਖੱਤ ਲੈ ਕੇ, ਕਿਉਂਕਿ ਮਾਂ ਇੰਨੀ ਬਿਮਾਰ ਹੋ ਚੁੱਕੀ ਸੀ, ਉਹਨੂੰ ਪਤਾ ਨਹੀਂ ਸੀ ਵੀ ਸ਼ਾਇਦ ਅਗਲੀ ਵਾਰੀ ਇਹਨੂੰ ਮੈਂ ਮਿਲਾਂ ਕਿ ਨਾ ਮਿਲਾਂ। ਉਹ ਬੜੀ ਮੁਸ਼ਕਿਲ ਨਾਲ ਉਹਦੇ ਘਰ ਗਈ, ਉਹਦਾ ਕੁੰਡਾ ਖੜਕਾਇਆ, ਦਰਵਾਜ਼ਾ ਖੜਕਾਇਆ ਤੇ ਜਦੋਂ ਮੁੰਡੇ ਨੇ ਖੋਲ੍ਹਿਆ ਦੇਖਿਆ ਕਿ ਮੇਰੀ ਮਾਂ ਆਈ ਹੈ। ਉਹਨੇ ਪੁੱਛਿਆ ਹਾਂਜੀ ਦੱਸੋ ਮੈਂ ਕੀ ਕਰ ਸਕਦਾ ਤੁਹਾਡੇ ਲਈ। ਉਹਨੇ ਕੁਛ ਨਹੀਂ ਕਿਹਾ। ਮਾਂ ਨੇ ਸਿਰਫ ਉਹਨੂੰ ਉਹ ਫੁੱਲ ਤੇ ਉਹ ਖੱਤ ਫੜਾਤਾ। ਕਹਿੰਦੀ ਬੇਟਾ ਤੈਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਇਹ ਕਹਿ ਕੇ ਉਹ ਵਾਪਸ ਚਲੀ ਗਈ। ਤੇ ਬੇਟਾ ਅੰਦਰ ਜਾ ਕੇ ਉਹਨੇ ਫੁੱਲ ਸਾਈਡ ਤੇ ਰੱਖਿਆ। ਜਦੋਂ ਉਹਨੇ ਲਿਫਾਫਾ ਖੋਲ੍ਹਿਆ, ਲਿਫਾਫਾ ਖੋਲ੍ਹ ਕੇ ਉਹ ਖੱਤ ਪੜ੍ਹਨ ਲੱਗਾ ਤੇ ਖੱਤ ਪੜ੍ਹ ਕੇ ਉਹ ਰੋ ਪਿਆ, ਕਿਉਂਕਿ ਉਸ ਖੱਤ 'ਚ ਇਹ ਲਿਖਿਆ ਸੀ, ਬੇਟਾ ਮੈਨੂੰ ਪਤਾ ਤੂੰ ਮੈਨੂੰ ਚੰਗੀ ਨਹੀਂ ਸਮਝਦਾ, ਮੈਨੂੰ ਬੁਰੀ ਸਮਝਦਾ ਹੈ, ਤੈਨੂੰ ਸ਼ਰਮ ਆਉਂਦੀ ਕਿ ਮੈਨੂੰ ਮਾਂ ਕਵੇਂ ਕਿਉਂਕਿ ਮੈਂ ਇੱਕ ਅੱਖ ਤੋਂ ਕਾਣੀ ਹਾਂ, ਪਰ ਮੈਂ ਤੈਨੂੰ ਅੱਜ ਦੱਸਦੀ ਹਾਂ ਕਿ ਜਦੋਂ ਤੂੰ 6 ਮਹੀਨੇ ਦਾ ਸੀ, ਇੱਕ ਵਾਰੀ ਜਦ ਤੂੰ ਮੰਜੇ 'ਤੇ ਖੇਡ ਰਿਹਾ ਸੀ, ਤੂੰ ਥੱਲੇ ਡਿੱਗਿਆ ਤੇ ਥੱਲੇ ਪਏ ਜਿਹੜੇ ਖਿਡੌਣੇ ਸੀ ਉਹ ਤੇਰੀ ਅੱਖ 'ਚ ਲੱਗੇ ਤੇ ਤੇਰੀ ਇੱਕ ਅੱਖ ਚਲੀ ਗਈ। ਉਸ ਵੇਲੇ ਡਾਕਟਰਾਂ ਨੇ ਕਿਹਾ ਵੀ ਹੁਣ ਤਾਂ ਇਹਦਾ ਕੋਈ ਇਲਾਜ ਨਹੀਂ, ਵੀ ਜੇ ਕੋਈ ਅੱਖ ਦੇ ਸਕਦਾ ਤਾਂ ਇਸ ਬੱਚੇ ਦੀ ਅੱਖ ਆ ਸਕਦੀ ਹੈ। ਤੇ ਜਿਹੜੀ ਮੇਰੀ ਇੱਕ ਅੱਖ ਤੋਂ ਕਾਣੀ ਹੈ ਉਹ ਮੈਂ ਆਪਣੀ ਅੱਖ ਤੈਨੂੰ ਉਸ ਵੇਲੇ ਦਿੱਤੀ ਸੀ। ਇਹ ਸੋਚ ਕੇ ਉਹ ਬੱਚਾ ਇੰਨਾ ਰੋਇਆ, ਉਹ ਮੁੰਡਾ ਇੰਨਾ ਰੋਇਆ ਕਿ ਮੈਂ ਆਪਣੀ ਮਾਂ ਨਾਲ ਕੀ ਕੀਤਾ। ਸੋ ਕਹਾਣੀ ਦੋਸਤੋ, ਇਹ ਕਹਾਣੀ ਨਹੀਂ ਸਿਰਫ ਇੱਕ ਸੱਚਾਈ ਹੈ ਕਿ ਮਾਂ ਕਦੇ ਵੀ ਬੁਰੀ ਨਹੀਂ ਹੁੰਦੀ, ਕਦੀ ਬਦਸੂਰਤ ਨਹੀਂ ਹੁੰਦੀ। ਮਾਂ ਜਿੱਦਾਂ ਦੀ ਹੈ ਉਹ ਮਾਂ ਹੁੰਦੀ ਹੈ। ਅਗਰ ਬੱਚੇ ਹੀ ਸਿਰਫ ਗਲਤ ਹੋ ਸਕਦੇ, ਬੱਚੇ ਕਪੂਤ ਹੋ ਸਕਦੇ ਆ, ਲੇਕਿਨ ਮਾਂ ਕੋਈ ਵੀ ਹੋਵੇ ਕਦੀ ਵੀ ਬੁਰੀ ਨਹੀਂ ਹੁੰਦੀ। ਸੋ ਮੈਂ ਤਾਂ ਸਿਰਫ ਇਹੀ ਗੁਜ਼ਾਰਿਸ਼ ਕਰੂੰਗਾ ਸਾਰਿਆਂ ਨੂੰ ਕਿ ਆਪਣੀ ਮਾਂ ਨਾਲ ਪਿਆਰ ਕਰੋ। ਔਰ ਅੱਜ ਦੇ ਦਿਨ ਜੇ ਤੁਸੀਂ ਹਲੇ ਤੱਕ ਆਪਣੀ ਮਾਂ ਤੋਂ ਦੂਰ ਹੋ ਔਰ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਤਾਂ ਫੋਨ ਚੱਕੋ ਔਰ ਚੱਕ ਕੇ ਉਹਨਾਂ ਨੂੰ ਕਹੋ ਮਾਂ ਆਈ ਲਵ ਯੂ। ਦੋਸਤੋ ਇਹ ਸੀ ਅੱਜ ਦੀ ਕਹਾਣੀ ਤੇ ਹੁਣ ਵੇਲਾ ਹੈ ਤੁਹਾਨੂੰ ਰੂਬਰੂ ਕਰਾਉਣ ਦਾ ਅੱਜ ਦੇ ਜਿਹੜੇ ਗੈਸਟ ਨੇ। ਔਰ ਮੈਂ ਇਹ ਵੀ ਦੱਸ ਦੇਵਾਂ ਕਿ ਮੇਰੀ ਖੁਸ਼ਕਿਸਮਤੀ ਹੈ, ਮੈਂ ਜਿੰਨੀ ਵਾਰੀ ਮਾਂ 'ਤੇ ਪ੍ਰੋਗਰਾਮ ਕੀਤਾ ਹਰ ਵਾਰ ਇਹ ਮੇਰੇ ਨਾਲ ਰਹੇ ਨੇ, ਕਿਉਂਕਿ ਮੇਰੀ ਆਪਣੀ ਮਾਂ ਤਾਂ ਇਸ ਦੁਨੀਆ 'ਚ ਨਹੀਂ ਹੈ ਲੇਕਿਨ ਇਹਨਾਂ 'ਚ ਮੈਨੂੰ ਉਹ ਮਾਂ ਹੀ ਨਜ਼ਰ ਆਉਂਦੀ ਹੈ ਔਰ ਹਰ ਦੁਨੀਆ ਦੀ ਮਾਂ 'ਚ ਮੈਨੂੰ ਆਪਣੀ ਮਾਂ ਨਜ਼ਰ ਆਉਂਦੀ ਹੈ। ਸੋ ਅੱਜ ਫਿਰ ਇੱਕ ਵਾਰ ਇਹ ਮੇਰੇ ਨਾਲ ਨੇ ਇਸ ਪ੍ਰੋਗਰਾਮ ਵਿੱਚ ਮੈਨੂੰ ਆਸ਼ੀਰਵਾਦ ਦੇਣ ਲਈ ਔਰ ਤੁਹਾਡੇ ਰੂਬਰੂ ਕਰਦਾ ਇਹਨਾਂ ਨੂੰ, ਜਿਨ੍ਹਾਂ ਦਾ ਨਾਮ ਹੈ ਡਾਕਟਰ ਦਵਿੰਦਰ ਕੌਰ ਜੀ। ਦਵਿੰਦਰ ਕੌਰ ਜੀ ਤੁਹਾਡਾ ਜੀ ਆਇਆਂ ਨੂੰ। ਉੱਠ ਕੇ ਮੈਂ ਤੁਹਾਡੇ ਚਰਨ ਤਾਂ ਨਹੀਂ ਛੂ ਸਕਦਾ, ਇਸ ਵੇਲੇ ਆਪਾਂ ਬੈਠੇ ਹਾਂ, ਪਰ ਦਿਲੋਂ ਤੁਹਾਡਾ ਰਿਣੀ ਹੈ ਕਿ ਤੁਸੀਂ ਇੱਥੇ ਆਏ ਹੋ ਤੇ ਮੈਂ ਚਾਹੁੰਦਾ ਕਿ ਤੁਸੀਂ ਵੀ ਦਰਸ਼ਕਾਂ ਨਾਲ ਜ਼ਰੂਰ ਫਤਿਹ ਸਾਂਝ ਕਰ ਲਓ। ਹਾਂਜੀ, ਸਤਿ ਸ਼੍ਰੀ ਅਕਾਲ ਸਾਰੇ ਦੋਸਤੋ। ਅੱਜ ਬਹੁਤ ਹੀ ਮਾਂ ਦਾ ਸ਼ੁਭ ਦਿਹਾੜਾ ਹੈ। ਅਸੀਂ ਉਸ ਦਿਹਾੜੇ ਦੇ ਉੱਤੇ
ਉਹ ਮਾਂ ਨੂੰ ਯਾਦ, ਵੈਸੇ ਤਾਂ ਮਾਂ ਜਿਹੜੀ ਹੈ ਉਹਦੇ ਵਾਸਤੇ ਕੋਈ ਇੱਕ ਦਿਹਾੜਾ ਨਿਸ਼ਚਿਤ ਨਹੀਂ ਹੁੰਦਾ। ਮਾਂ ਸਾਡੇ ਦਿਲਾਂ 'ਚ ਵਸਦੀ ਹੈ। ਜਿਵੇਂ ਇਹਨਾਂ ਦੱਸਿਆ ਕਿ ਬਈ ਉਹਨਾਂ ਦੀ ਮਾਂ ਗੁਜ਼ਰ ਗਈ, ਮੇਰੀ ਮਾਂ ਵੀ ਜਿਹੜੀ ਆ ਉਹ ਸਰੀਰਕ ਤੌਰ ਦੇ ਉੱਤੇ ਸਾਥੋਂ ਵਿਛੜ ਗਈ, ਲੇਕਿਨ ਸਾਡੀ ਰੂਹ ਦੇ ਵਿੱਚ, ਸਾਡੇ ਦਿਲ ਦੇ ਵਿੱਚ ਹਮੇਸ਼ਾ ਉਹ ਵਸਦੀ ਹੈ ਤੇ ਸਾਨੂੰ ਕਦੀ ਮਹਿਸੂਸ ਨਹੀਂ ਹੁੰਦਾ ਕਿ ਮਾਂ ਜਿਹੜੀ ਆ ਉਹ ਸਾਡੀ ਦੁਨੀਆ ਤੇ ਨਹੀਂ ਹੈ, ਕਿਉਂਕਿ ਮਾਂ ਇੱਕ ਅਹਿਸਾਸ ਹੈ। ਮਾਂ ਇੱਕ ਅਹਿਸਾਸ ਹੈ ਜਿਹੜਾ ਤੁਹਾਨੂੰ ਹਮੇਸ਼ਾ ਜ਼ਿੰਦਗੀ ਦੇ ਵਿੱਚ ਜ਼ਿੰਦਾ ਰੱਖਦਾ। ਬਹੁਤ ਸੋਹਣੀ ਗੱਲ ਕੀਤੀ ਹੈ ਦਿਲਜੀਤ ਕੌਰ ਜੀ ਤੁਸੀਂ। ਆਪਾਂ ਗੱਲਾਂ ਵੱਧ ਜ਼ਿਆਦਾ ਨਹੀਂ ਕਰਾਂਗੇ ਅੱਜ, ਕਿਉਂਕਿ ਅਸੀਂ ਚਾਹੁੰਦੇ ਕਿ ਤੁਹਾਨੂੰ ਵੱਧ ਤੋਂ ਵੱਧ ਸੁਣੀਏ। ਸਿਰਫ ਸਾਨੂੰ ਆਪਣੇ ਸੰਖੇਪ ਵਿੱਚ ਪਹਿਲਾਂ ਆਪਣੇ ਬਾਰੇ ਦੱਸ ਦਿਓ, ਪਿਛੋਕੜ ਬਾਰੇ ਦੱਸ ਦਿਓ, ਅਤੇ ਨਾਲ ਤੁਹਾਡਾ ਜਿਹੜਾ ਸਫ਼ਰ ਸੀ ਕਦੋਂ ਸ਼ੁਰੂ ਹੋਇਆ, ਤੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਰਚਨਾਵਾਂ ਅਸੀਂ ਜ਼ਰੂਰ ਆਪਣੇ ਸਰੋਤਿਆਂ ਨਾਲ ਸਾਂਝੀ ਕਰਾਂਗੇ। ਬਹੁਤ ਸੰਖੇਪ ਦੇ ਵਿੱਚ ਦੱਸਾਂਗੇ। ਮੇਰਾ ਜਨਮ ਜਿਹੜਾ ਕਪੂਰਥਲਾ ਦੇ ਪਿੰਡ ਕਾਂਜਲੀ ਵਿੱਚ ਹੋਇਆ ਸੀ। ਹਾਂਜੀ। ਲੇਕਿਨ ਮੇਰੀ ਸਾਰੀ ਜਿਹੜੀ ਪਰਵਰਿਸ਼ ਹੈ ਉਹ ਦਿੱਲੀ ਦੇ ਵਿੱਚ ਹੋਈ, ਤੇ ਮੇਰੀ ਸਾਰੀ ਪੜ੍ਹਾਈ ਜਿਹੜੀ ਆ ਉਹ ਦਿੱਲੀ ਦੇ ਵਿੱਚ ਹੋਈ। ਪਹਿਲਾਂ ਮੈਂ ਖਾਲਸਾ ਸਕੂਲ ਤੋਂ ਆਪਣੀ ਪੜ੍ਹਾਈ ਸ਼ੁਰੂ ਕੀਤੀ। ਪਹਿਲੀ ਜਮਾਤ ਤੋਂ ਪੰਜਾਬੀ ਦੇ ਨਾਲ ਮੇਰਾ ਰਿਸ਼ਤਾ ਜਿਹੜਾ ਉਹ ਬਣਿਆ ਰਿਹਾ। ਫਿਰ ਮੈਂ ਖਾਲਸਾ ਕਾਲਜ ਦੇ ਵਿੱਚ BA ਕੀਤੀ ਔਰ ਉਸੇ ਕਾਲਜ ਤੋਂ MA ਕੀਤੀ। ਫਿਰ ਦਿੱਲੀ ਯੂਨੀਵਰਸਿਟੀ ਤੋਂ ਖਾਲਸਾ ਕਾਲਜ ਦੇ ਰਾਹੀਂ ਹੀ ਮੈਂ PhD ਕੀਤੀ। ਸੋ ਪੰਜਾਬੀ ਦੇ ਨਾਲ, ਪੰਜਾਬੀ ਵੀ ਮੇਰੀ ਮਾਂ ਬੋਲੀ ਹੈ, ਤੇ ਉਹ ਵੀ ਮੈਂ ਸਮਝਦੀ ਹਾਂ ਕਿ ਉਹ ਵੀ ਮੇਰੀ ਮਾਂ ਹੈ, ਤੇ ਮੇਰਾ ਹਮੇਸ਼ਾ ਹੀ ਮਾਂ ਦੇ ਨਾਲ ਜਿਹੜਾ ਰਾਬਤਾ ਹੈ ਉਹ ਰਿਹਾ। ਲੇਕਿਨ ਜਦੋਂ ਮੈਂ ਪੜ੍ਹਾਉਣਾ ਸ਼ੁਰੂ ਕੀਤਾ ਤੇ 83 ਦੇ ਵਿੱਚ ਮੈਂ ਪੜ੍ਹਾਉਣਾ ਤਾਂ 70 ਦੇ ਵਿੱਚ ਸ਼ੁਰੂ ਕੀਤਾ ਸੀ, ਲੇਕਿਨ 83 ਦੇ ਵਿੱਚ ਮੈਂ ਲਿਖਣਾ ਸ਼ੁਰੂ ਕੀਤਾ ਸੀ। ਔਰ ਜਿਸ ਤਰ੍ਹਾਂ ਕਈ ਲੋਕ ਇਹ ਕਹਿੰਦੇ ਕਿ ਤੁਸੀਂ ਬਹੁਤ ਛੋਟੀ ਉਮਰ ਦੇ ਵਿੱਚ ਨਜ਼ਮਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ, ਮੈਂ ਇਸ ਤਰ੍ਹਾਂ ਮੇਰਾ ਕੁਝ ਵੀ ਨਹੀਂ ਸੀ। ਲੇਕਿਨ ਮੈਂ 1983 ਦੇ ਵਿੱਚ ਆਪਣੀ ਕਵਿਤਾ ਜਿਹੜੀ ਹੈ ਉਹ ਲਿਖਣੀ ਸ਼ੁਰੂ ਹੋਈ, ਆਲੋਚਨਾ ਵੀ ਕੀਤੀ। ਔਰ ਦਿੱਲੀ ਯੂਨੀਵਰਸਿਟੀ ਦੇ ਵਿੱਚ ਉਹਦਾ ਕਾਲਜ ਸੀ, ਮੈਤਰੀ ਕਾਲਜ, ਉੱਥੇ ਪੜ੍ਹਾਇਆ ਔਰ ਮੈਨੂੰ ਮੌਕਾ ਮਿਲਿਆ ਫਿਰ ਇੱਥੇ 1989 ਦੇ ਵਿੱਚ 1989 'ਚ ਇੱਥੇ ਆਉਣ ਦਾ। ਸੋ ਇੱਥੇ ਆ ਕੇ ਵੀ ਮੈਂ ਪੰਜਾਬੀ ਸਾਹਿਤ ਸਭਾਵਾਂ ਦੇ ਨਾਲ ਜੁੜੀ ਰਹੀ ਔਰ ਇਸ ਤਰ੍ਹਾਂ ਮੈਂ ਸਮਝਦੀ ਹਾਂ ਕਿ ਮਾਂ ਦੇ ਨਾਲ ਜਿਹੜਾ ਇੱਕ ਮਾਂ ਬੋਲੀ ਦੇ ਨਾਲ ਜਿਹੜਾ ਰਿਸ਼ਤਾ ਹੈ ਉਹ ਇਸ ਤਰ੍ਹਾਂ ਮੇਰਾ ਜ਼ਿੰਦਗੀ ਭਰ ਬਣਿਆ ਰਿਹਾ। ਕੀ ਬਾਤ ਹੈ ਜੀ, ਵਾਕਈ ਤੁਹਾਡਾ ਸਫ਼ਰ ਕਾਫੀ ਲੰਬਾ ਰਿਹਾ ਔਰ ਤੁਸੀਂ ਪੰਜਾਬੀ ਮਾਂ ਬੋਲੀ ਨਾਲ, ਪੰਜਾਬੀ ਸਾਹਿਤ ਨਾਲ ਹਮੇਸ਼ਾ ਜੁੜੇ ਰਹੇ ਹੋ। ਜਿਸ ਤਰ੍ਹਾਂ ਅੱਜ ਆਪਾਂ ਮਦਰਸ ਡੇ 'ਤੇ ਇਕੱਠੇ ਹੋਏ ਹਾਂ ਔਰ ਤੁਸੀਂ ਵੀ ਇੱਕ ਮਾਂ ਹੋ, ਤਾਂ ਮੈਂ ਚਾਹੁੰਦਾ ਵੀ ਆਪਾਂ ਤੁਹਾਡੀ ਰਚਨਾ ਤੋਂ ਸ਼ੁਰੂ ਕਰੀਏ ਜਿਹੜੀ ਤੁਸੀਂ ਮਾਂ ਨੂੰ ਅੱਜ ਡੈਡੀਕੇਟ ਕਰੋਗੇ। ਤੁਸੀਂ ਆਪ ਇੱਕ ਮਾਂ ਹੋ, ਸੋ ਮੈਂ ਚਾਹਾਂਗਾ ਜ਼ਰੂਰ। ਹਾਂਜੀ, ਮੈਂ ਇੱਕ ਗੀਤ ਲਿਖਿਆ ਸੀ ਮਾਂ ਦੇ ਉੱਤੇ। ਹਾਂਜੀ, ਤੇ ਉਹ ਮੈਂ ਆਪਣੇ ਦਰਸ਼ਕਾਂ ਦੇ ਸਾਹਮਣੇ ਜ਼ਰੂਰ ਮੈਂ ਪੇਸ਼ ਕਰਨਾ ਚਾਹਾਂਗੀ। ਇਰਸ਼ਾਦ ਜੀ। ਮੇਰੀ ਮਾਂ ਵਰਗੀ ਏ ਛਾਂ ਕੋਈ ਨਾ ਦੁਨੀਆ ਤੇ, ਮੇਰੀ ਮਾਂ ਵਰਗੀ ਏ ਛਾਂ ਕੋਈ ਨਾ ਦੁਨੀਆ ਤੇ, ਇਹ ਰੱਬ ਦਾ ਏ ਦੂਜਾ ਨਾਂ, ਇਹ ਰੱਬ ਦਾ ਏ ਦੂਜਾ ਨਾਂ ਕੋਈ ਨਾ ਦੁਨੀਆ ਤੇ, ਮਾਂ ਵਰਗੀ ਏ ਛਾਂ ਕੋਈ ਨਾ ਦੁਨੀਆ ਤੇ। ਕੀ ਬਾਤ ਹੈ ਜੀ, ਵਾਹ। ਕਹਿੰਦੇ ਆਏ ਸੁਣਦੇ ਆਏ ਮਾਂ ਦੇ ਬੋਲ ਪੁਰਾਣੇ, ਜਿੰਨੇ ਕੌੜੇ ਓਨੇ ਮਿੱਠੇ ਸੁਣੇ ਜੋਈਓ ਜਾਣੇ, ਜਿੰਨੇ ਕੌੜੇ ਓਨੇ ਮਿੱਠੇ ਸੁਣੇ ਜੋਈਓ ਜਾਣੇ, ਮੇਰੀ ਮਾਂ ਦੀ ਮਿੱਠੜੀ ਛਾਂ ਕੋਈ ਨਾ ਦੁਨੀਆ ਤੇ। ਕੀ ਬਾਤ ਹੈ, ਇਹ ਰੱਬ ਦਾ ਏ ਦੂਜਾ ਨਾਂ, ਇਹ ਰੱਬ ਦਾ ਏ ਦੂਜਾ ਨਾਂ ਕੋਈ ਨਾ ਦੁਨੀਆ ਤੇ, ਮੇਰੀ ਮਾਂ ਵਰਗੀ ਏ ਛਾਂ ਕੋਈ ਨਾ ਦੁਨੀਆ ਤੇ। ਬਣਦੇ ਰਿਸ਼ਤੇ ਟੁੱਟਦੇ ਰਿਸ਼ਤੇ, ਮਾਂ ਦਾ ਰਿਸ਼ਤਾ ਪੱਕਾ, ਜਦ ਵੀ ਚਾਹੋ ਸੀਸ ਨਿਵਾਵੋ ਬਣ ਜਾਂਦਾ ਏ ਮੱਕਾ, ਜਦ ਵੀ ਚਾਹੋ ਸੀਸ ਨਿਵਾਵੋ ਬਣ ਜਾਂਦਾ ਏ ਮੱਕਾ, ਮੇਰੀ ਮਾਂ ਏ ਹੱਜ ਦੀ ਥਾਂ ਕੋਈ ਨਾ ਦੁਨੀਆ ਤੇ,
ਇਹ ਰੱਬ ਦਾ ਏ ਦੂਜਾ ਨਾਂ, ਇਹ ਰੱਬ ਦਾ ਏ ਦੂਜਾ ਨਾਂ, ਕੋਈ ਨਾ ਦੁਨੀਆ ਤੇ ਮੇਰੀ ਮਾਂ ਵਰਗੀ ਏ ਛਾਂ, ਕੋਈ ਨਾ ਦੁਨੀਆ ਤੇ। ਮਾਂ ਵਰਗਾ ਕਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ। ਉਹ ਇਹਨਾਂ ਬੋਲਾਂ ਦੇ ਮੈਂ ਸਦਕੇ ਜਾਂ, ਕੋਈ ਨਾ ਦੁਨੀਆ ਤੇ। ਇਹ ਰੱਬ ਦਾ ਏ ਦੂਜਾ ਨਾਂ, ਇਹ ਰੱਬ ਦਾ ਏ ਦੂਜਾ ਨਾਂ, ਕੋਈ ਨਾ ਦੁਨੀਆ ਤੇ ਮੇਰੀ ਮਾਂ ਵਰਗੀ ਏ ਛਾਂ, ਕੋਈ ਨਾ ਦੁਨੀਆ ਤੇ ਮੇਰੀ ਮਾਂ ਵਰਗੀ ਏ ਛਾਂ, ਕੋਈ ਨਾ ਦੁਨੀਆ ਤੇ। ਕੀ ਬਾਤ ਹੈ ਜੀ, ਵਾਕਈ ਮਾਵਾਂ ਠੰਡੀਆਂ ਛਾਵਾਂ ਐਵੇਂ ਨਹੀਂ ਕਿਹਾ ਗਿਆ, ਕਿਉਂਕਿ ਕਹਿੰਦੇ ਹੁੰਦੇ ਰੱਬ ਨੇ ਵੀ ਕਿਹਾ ਕਿ ਜਿਹੜਾ ਮੇਰੇ ਤੋਂ ਉੱਚਾ ਦਰਜਾ ਮਾਂ ਦਾ ਹੀ ਹੈ, ਕਿਉਂਕਿ ਉਹ ਹਰ ਜਗ੍ਹਾ ਨਹੀਂ ਹੋ ਸਕਦਾ, ਇਸ ਕਰਕੇ ਉਹਨੇ ਮਾਂ ਬਣਾਤੀ। ਇਹ ਗੱਲ 'ਚ ਬਿਲਕੁਲ ਸੱਚਾਈ ਹੈ, ਕਿਉਂਕਿ ਮਾਂ ਇੱਕ ਐਸਾ ਰਿਸ਼ਤਾ ਆ ਕਿ ਉਹ ਰਿਸ਼ਤਾ ਕਦੀ ਵੀ ਕਿਸੇ ਦਾ ਮੁੱਲ ਨਹੀਂ ਪਾ ਸਕਦੇ ਉਸ ਰਿਸ਼ਤੇ ਦਾ। ਦੇਖੋ ਇੱਥੇ ਪੂਰਨ ਸਿੰਘ, ਸਾਡੇ ਪ੍ਰੋਫੈਸਰ ਪੂਰਨ ਸਿੰਘ ਬਹੁਤ ਉੱਚੇ ਪੋਇਟ ਹੋਏ ਨੇ। ਹਾਂਜੀ। ਤੇ ਭਾਈ ਵੀਰ ਸਿੰਘ ਦੇ ਵੇਲੇ ਦੇ, ਉਹਨਾਂ ਨੇ ਮਾਂ ਦੇ ਬਾਰੇ ਨਜ਼ਮ ਲਿਖੀ ਸੀ, ਤੇ ਉਹਦੇ ਵਿੱਚ ਮੈਨੂੰ ਥੋੜੀਆਂ ਜੀਆਂ ਯਾਦ ਆ ਰਹੀਆਂ ਕਿ ਕਹਿੰਦੇ ਮਾਂ ਰੱਬ ਦਾ ਰੂਪ ਹੁੰਦੀ, ਪਾਲਦੀ ਜਫਰ ਜਾਲਦੀ, ਮੈਲ ਸਾਰੀ ਧੋਂਦੀ, ਨਿਤ ਨਵਾਂ ਰੂਪ ਦਿੰਦੀ ਬਾਲ ਨੂੰ। ਕੀ ਬਾਤ ਹੈ। ਤੇ ਸ਼ੁਕਰਾਨਾ ਕਰਦੀ ਰੱਬ ਦਾ, ਤੇ ਕਹਿੰਦੀ ਜੀਣ ਸਭ ਬੱਚੇ ਮਾਵਾਂ ਦੇ, ਉਹ ਮਾਂ ਆਖਦੀ। ਸਿਰਫ ਆਪਣੇ ਬੱਚੇ ਦੀ ਖੈਰ ਨਹੀਂ ਮੰਗਦੀ, ਦੁਨੀਆ ਦੇ ਸਾਰੇ ਬੱਚਿਆਂ ਦੀ ਖੈਰ ਮੰਗਦੀ। ਸੋ ਇਹ ਕੁਝ ਮੈਨੂੰ ਯਾਦ ਸੀ, ਵੈਸੇ ਬੜੀ ਲੰਬੀ ਪੋਇਮ ਹੈ। ਤੇ ਹਾਂਜੀ ਜੀ, ਗੱਲ ਇਸ ਤਰ੍ਹਾਂ ਵੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਮਾਂ ਇੱਕ ਦੁਆ ਮੰਗਦੀ ਹੈ ਵੀ ਸਾਰੇ ਬੱਚੇ ਜੀਂਦੇ ਰਹਿਣ ਦੁਨੀਆ ਦੇ, ਇਕੱਲੇ ਆਪਣੇ ਬੱਚੇ ਵਾਸਤੇ ਨਹੀਂ। ਸੋ ਮੈਨੂੰ ਇੱਕ ਥੋੜ੍ਹੀਆਂ ਚੰਦ ਲਾਈਨਾਂ ਯਾਦ ਆ ਗਈਆਂ, ਕਹਿੰਦੇ ਮਾਂ ਦੀ ਦੁਆ ਕਦੀ ਖਾਲੀ ਨਹੀਂ ਜਾਂਦੀ ਜੀ, ਮਾਂ ਦੀ ਦੁਆ ਕਦੀ ਖਾਲੀ ਨਹੀਂ ਜਾਂਦੀ, ਤੇ ਮਾਂ ਦੀ ਦੁਆ ਕਦੀ ਟਾਲੀ ਨਹੀਂ ਜਾਂਦੀ। ਵਾਹ। ਬਰਤਨ ਮਾਂਜ ਕੇ 3-4 ਬੱਚੇ ਪਾਲ ਲੈਂਦੀ ਆ, ਬਰਤਨ ਮਾਂਜ ਕੇ 3-4 ਬੱਚੇ ਪਾਲ ਲੈਂਦੀ ਆ, ਪਰ 3-4 ਬੱਚਿਆਂ ਤੋਂ ਇੱਕ ਮਾਂ ਪਾਲੀ ਨਹੀਂ ਜਾਂਦੀ। ਇਹ ਬਹੁਤ ਜ਼ਬਰਦਸਤ ਵਿਅੰਗ ਹੈ ਸਾਡੇ ਸਮਾਜ, ਵਾਕਈ। ਔਰ ਬੜਾ ਦੁੱਖ ਹੁੰਦਾ ਉਸ ਵੇਲੇ ਜਦੋਂ ਅਸੀਂ ਦੇਖੀਦਾ ਕਿ ਲੋਕੀ ਆਪਣੇ ਮਾਂ ਪਿਓ ਨੂੰ ਨਹੀਂ ਦੇਖਦੇ, ਜਿਨ੍ਹਾਂ ਨੇ ਸਾਨੂੰ ਹੱਥ ਫੜ ਕੇ ਤੁਰਨਾ ਸਿਖਾਇਆ, ਉਂਗਲੀ ਫੜ ਕੇ ਸਾਨੂੰ ਅੱਜ ਇਸ ਮੁਕਾਮ ਤੇ ਪਹੁੰਚਾਇਆ ਜਿੱਥੇ ਅਸੀਂ ਅੱਜ ਪਹੁੰਚੇ ਹਾਂ, ਅਸੀਂ ਉਹਨਾਂ ਨੂੰ ਨਹੀਂ ਦੇਖਦੇ ਤਾਂ ਫਿਰ ਸਾਡਾ ਜੀਣਾ ਕੋਈ ਜੀਣਾ ਨਹੀਂ ਹੈ। ਚਾਹੇ ਅਸੀਂ ਲੱਖ ਕਹਿੰਦੇ ਹੁੰਦੇ ਦਾਨ ਕਰ ਲਈਏ ਜਾਂ ਗੁਰਦੁਆਰੇ ਜਾ ਕੇ ਮੱਥੇ ਟੇਕ ਲਈਏ, ਪਰ ਜੇ ਸਾਡੇ ਮਾਂ ਬਾਪ ਰੋ ਰਹੇ ਤਾਂ ਉਹ ਕਿਸੇ ਕੰਮ ਨਹੀਂ ਆ। ਬਿਲਕੁਲ ਬਿਲਕੁਲ। ਤੁਹਾਡੀ ਅਗਲੀ ਰਚਨਾ ਕੀ ਹੈ ਸਾਡੇ ਲਈ? ਨਜ਼ਮ ਹੈ ਇਹ। ਹਾਂਜੀ। ਤੇ ਇਹਦੇ ਵਿੱਚ ਮੈਂ ਸਮਝਦੀ ਹਾਂ ਕਿ ਭਾਵੇਂ ਨੂੰਹ ਹੋਵੇ ਭਾਵੇਂ ਸੱਸ ਹੋਵੇ, ਜੇ ਉਹ ਮਾਂ ਆ, ਮਾਂ ਮਤਲਬ ਹੈਗੀ ਹੈ, ਤੇ ਉਹਦਾ ਜਿਹੜਾ ਸੱਸ ਤੇ ਨੂੰਹ ਦਾ ਵੀ ਰਿਸ਼ਤਾ ਜਿਹੜਾ ਨਾ, ਉਹ ਉਸ ਦੇ ਵਿੱਚ ਉਸ ਵਕਤ ਅਸੀਂ ਕਹਾਂਗੇ ਕਿ ਸਮਾਨਤਾ ਆਉਂਦੀ ਹੈ ਜਦੋਂ ਉਹਨਾਂ ਦੇ ਵਿੱਚ ਮਮਤਾ ਵਾਲੀ ਜਿਹੜੀ ਭਾਵਨਾ ਹੈ ਉਹ ਹੁੰਦੀ ਹੈ। ਸੋ ਉਹ ਮੈਂ ਆਪਣੀ ਮਾਂ ਔਰ ਮੈਂ ਆਪਣੀ ਭਰਜਾਈ ਨੂੰ ਸਾਹਮਣੇ ਰੱਖ ਕੇ ਇੱਕ ਨਜ਼ਮ ਲਿਖੀ ਹੋਈ ਹੈ, ਮੈਂ ਜ਼ਰੂਰ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨੀ ਚਾਹਾਂਗੀ। ਨਜ਼ਮ ਦਾ ਨਾਂ ਹੈ ਟਿਕਾਓ। ਟਿਕਾਓ। ਹਾਂਜੀ। ਦੂਰ ਸਮੁੰਦਰੋਂ ਪਾਰ ਫਾਸਲੇ ਤੇ ਬੈਠੀ ਮੈਂ ਮਾਂ ਮਗਰ ਦੌੜਦੀ ਹਾਂ। ਕੀ ਬਾਤ। ਦੂਰ ਸਮੁੰਦਰੋਂ ਪਾਰ ਫਾਸਲੇ ਤੇ ਬੈਠੀ ਮੈਂ ਮਾਂ ਮਗਰ ਦੌੜਦੀ ਹਾਂ, ਫੋਨ ਕਰਦੀ ਹਾਂ ਭਰਜਾਈ ਫੋਨ ਚੁੱਕਦੀ ਹੈ, ਫੋਨ ਕਰਦੀ ਹਾਂ ਭਰਜਾਈ ਫੋਨ ਚੁੱਕਦੀ ਹੈ। ਭਰਜਾਈ ਹੈ ਨਾਂ ਦੀ, ਭਰਜਾਈ ਹੈ ਨਾਂ ਦੀ, ਰਿਸ਼ਤੇ ਦੀ, ਭੈਣ ਹੈ ਅਹਿਸਾਸ ਦੀ, ਖੁਸ਼ਬੂ ਦੀ। ਕੀ ਬਾਤ। ਬੋਲਦੀ ਹੈ ਆਹਿਸਤਾ ਆਹਿਸਤਾ, ਬੋਲਦੀ ਹੈ ਆਹਿਸਤਾ ਆਹਿਸਤਾ, ਠਹਿਰੀ ਹੋਈ ਆਵਾਜ਼ ਸਮੁੰਦਰ ਸ਼ਾਂਤ ਟਿਕੇ ਪਾਣੀਆਂ ਜਿਹੀ। ਕੀ ਬਾਤ। ਅੰਦਰ ਦਾ ਖੌਰੂ ਇੰਨਾ ਸ਼ਾਂਤ, ਮੇਰੀ ਦੌੜ ਠਹਿਰਦੀ। ਅੰਦਰ ਖਾਲੀ ਜਿਹਾ ਕੁਝ ਭਰਨ ਲੱਗਦਾ, ਗੱਲ ਨਹੀਂ ਔੜਦੀ, ਖਾਮੋਸ਼ੀ ਤਹਿਾਂ ਫਰੋਲਦੀ, ਲੱਭ ਰਹੀ ਹੈ ਮਾਂ ਦੀ ਆਵਾਜ਼, ਦੁੱਖ ਭਰੀ ਆਵਾਜ਼। ਭਰਜਾਈ ਫਇਆ ਧਰਦੀ ਹੈ ਮਾਂ ਦੇ ਹੋਠਾਂ ਤੇ, ਆਵਾਜ਼ ਖਾਮੋਸ਼ੀ ਬਣਦੀ ਹੈ, ਸਭ ਕੁਝ ਟਿਕਣ ਲੱਗਦਾ ਹੈ,
ਮੈਂ ਰਿਸੀਵਰ ਰੱਖ ਦਿੰਦੀ ਹਾਂ। ਸਭ ਕੁਝ ਟਿਕਣ ਲੱਗਦਾ ਹੈ, ਮੈਂ ਰਿਸੀਵਰ ਰੱਖ ਦਿੰਦੀ ਹਾਂ। ਕੀ ਬਾਤ ਹੈ ਜੀ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਜਿਹੜੀ ਨੂੰਹ ਸੱਸ ਹੈ ਉਹ ਵੀ ਇੱਕ ਪਿਆਰ ਹੈ, ਜਦੋਂ ਮਮਤਾ ਜਾਗਦੀ ਹੈ ਤਾਂ ਉਹ ਵੀ ਇੱਕ ਮਾਂ ਦਾ ਹੀ ਰੂਪ ਆ ਦੋਨਾਂ 'ਚ ਹੀ। ਜੇ ਆਪਾਂ ਉੱਧਰ ਵੀ ਦੇਖੀਏ, ਨੂੰਹ ਨੂੰ ਵੀ ਦੇਖੀਏ, ਉਹ ਵੀ ਇੱਕ ਦਿਨ ਮਾਂ ਬਣਨੀ ਹੈ, ਉਹ 'ਚ ਵੀ ਮਾਂ ਦਾ ਰੂਪ ਹੈਗਾ ਆ, ਤੇ ਸੱਸ ਤਾਂ ਹੁੰਦੀ ਮਾਂ ਆ ਜੀ। ਸੋ ਬਹੁਤ ਵਧੀਆ ਤੁਸੀਂ ਲਿਖਿਆ ਹੈਗਾ। ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਉਹ ਸਾਡਾ ਦਾਨ ਕੀਤਾ ਜਾਂ ਮੱਥੇ ਟੇਕ ਕੇ ਗੁਰਦੁਆਰਿਆਂ ਮੰਦਿਰਾਂ 'ਚ ਕੋਈ ਕੰਮ ਨਹੀਂ ਜੇ ਅਸੀਂ ਆਪਣੇ ਮਾਂ ਪਿਓ ਨੂੰ ਨਹੀਂ ਦੇਖ ਸਕਦੇ। ਉਹ ਕਿਸੇ ਸ਼ਾਇਰ ਨੇ ਬਹੁਤ ਖੂਬ ਕਿਹਾ ਸੀ, ਕਹਿੰਦੇ ਭਈ ਜ਼ਰੂਰੀ ਨਹੀਂ ਤੇਰਾ ਸ਼ਰਵਣ ਕੁਮਾਰ ਹੋਣਾ, ਵਾਹ, ਜ਼ਰੂਰੀ ਨਹੀਂ ਤੇਰਾ ਸ਼ਰਵਣ ਕੁਮਾਰ ਹੋਣਾ, ਮਾਂ ਦੇ ਪੈਰਾਂ ਨੂੰ ਅੰਜੂਆਂ ਨਾਲ ਧੋਣਾ, ਪਰ ਜਿਹੜੇ ਹੱਥਾਂ ਦੀ ਝੁਰਰੀਆਂ ਤੇਰੇ ਤੇ ਕਰਜ਼ ਹੈ, ਉਸ ਹੱਥ ਨੂੰ ਜ਼ਰੂਰ ਰਾਤ ਨੂੰ ਚੁੰਮ ਕੇ ਸੌਣਾ। ਵਾਹ, ਬਹੁਤ ਖੂਬ, ਬਹੁਤ ਖੂਬ। ਔਰ ਵਾਕਈ ਇਹ ਸੱਚਾਈ ਹੈ, ਜਿਨ੍ਹਾਂ ਹੱਥਾਂ ਨੇ ਸਾਨੂੰ ਪਾਲ ਪੋਸ ਕੇ ਬੜਾ ਕੀਤਾ। ਅਸੀਂ ਉਹ ਹੱਥ ਵੀ ਦੇਖੇ ਜਦੋਂ ਰੋਟੀ ਬਣਾਉਂਦੇ ਹੱਥ ਜਲ ਜਾਂਦੇ ਆ, ਹਨਾ, ਜਾਂ ਸਾਡੇ ਸ਼ਰਟ ਬਟਨ ਦਾ ਸ਼ਰਟ ਸੀਂਦੇ ਹੋਏ ਸੂਈ ਖੁੱਭ ਜਾਂਦੀ ਹੈ, ਉਹ ਚੀਜ਼ ਸਾਨੂੰ ਦਿਖੀ ਹੈ। ਪਰ ਜੇ ਅਸੀਂ ਉਸ ਚੀਜ਼ ਦਾ ਕਰਜ਼ ਅਸੀਂ ਕਦੀ ਉਤਾਰ ਨਹੀਂ ਸਕਦੇ, ਪਰ ਘੱਟੋ ਘੱਟ ਉਹਨਾਂ ਦਾ ਇੰਨਾ ਤਾਂ ਕਰ ਸਕਦੇ, ਅਸੀਂ ਉਹਨਾਂ ਦੀ ਸੇਵਾ ਤਾਂ ਕਰ ਸਕਦੇ ਹਾਂ। ਹਾਂਜੀ ਹਾਂਜੀ। ਦੇਖੋ ਤੁਸੀਂ ਮਾਂ ਦੀ ਗੱਲ ਕੀਤੀ ਹੈ ਨਾ, ਹੱਥਾਂ ਦੀ ਗੱਲ ਕੀਤੀ, ਉਹ ਕੰਮ ਕਰ ਕਰਕੇ ਉਹਦੀਆਂ ਹੱਥਾਂ ਜਿਹੜੇ ਨੇ ਥੋੜੇ ਖਰਵੇ ਵੀ ਹੋ ਸਕਦੇ ਹੈ। ਤੇ ਮੈਨੂੰ ਡਾਕਟਰ ਹਰਭਜਨ ਸਿੰਘ ਦੀਆਂ 2 ਲਾਈਨਾਂ ਯਾਦ ਆ ਰਹੀਆਂ ਨੇ। ਉਹਨਾਂ ਨੇ ਲਿਖਿਆ ਸੀ ਕਿ ਕਾਲੀ ਰਾਤ ਬਲੂੰਗਾ ਵਿਲਕੇ, ਮੈਨੂੰ ਨੀਂਦ ਨਾ ਆਏ ਨੀ ਮਾਏ ਮੇਰੀਏ। ਕਾਲੀ ਰਾਤ ਬਲੂੰਗਾ ਵਿਲਕੇ, ਮੈਨੂੰ ਨੀਂਦ ਨਾ ਆਏ ਨੀ ਮਾਏ ਮੇਰੀਏ, ਕੂਲਾ ਨਰਮ ਪਸ਼ਮ ਦਾ ਪਿੰਡਾ, ਕੂਲਾ ਨਰਮ ਪਸ਼ਮ ਦਾ ਪਿੰਡਾ, ਕੌਣ ਝਰੀਟਾਂ ਪਾਏ ਨੀ ਮਾਏ ਮੇਰੀਏ। ਕੀ ਬਾਤ ਹੈ। ਸੋ ਉਹ ਪਿਆਰ ਦੀਆਂ ਝਰੀਟਾਂ ਜਿਹੜੀਆਂ ਨੇ ਉਹ ਉਹਨਾਂ ਨੇ ਉੱਤੇ ਨਜ਼ਮ ਲਿਖੀ, ਤੇ ਬੜੀ ਖੂਬਸੂਰਤ ਨਜ਼ਮ ਹੈ, ਬਹੁਤ ਖੂਬਸੂਰਤ ਨਜ਼ਮ ਹੈ। ਕਿੰਨੇ ਉਹਨਾਂ ਨੇ ਡੂੰਘਾਈ 'ਚ ਲਿਖੀ ਹੈ। ਹਾਂਜੀ ਹਾਂਜੀ। ਮੈਂ ਤੁਹਾਨੂੰ ਗੁਜ਼ਾਰਿਸ਼ ਕਰੂੰਗਾ ਕਿ ਇੱਕ ਨਜ਼ਮ ਜਿਹੜੀ ਤੁਹਾਡੀ ਹੋਰ ਮਾਂ 'ਤੇ ਲਿਖੀ ਹੈ, ਗੁਣਗੁਣਾ ਕੇ ਸਾਨੂੰ ਜ਼ਰੂਰ ਸਾਡੇ ਦਰਸ਼ਕਾਂ ਨੂੰ। ਮੈਂ ਨਾ ਗੀਤ ਹੈ, ਇੱਕ ਲੋਕ ਗੀਤ ਹੈ ਮਾਂ ਦੇ। ਆ ਜਾਓ। ਤੇ ਜਦ ਤੱਕ ਤੁਸੀਂ ਲੱਭ ਲਓ, ਤੇ ਮੈਂ ਪਿਆਰੇ ਦਰਸ਼ਕੋ ਤੁਹਾਨੂੰ ਦੱਸ ਦੇਵਾਂ ਕਿ ਜਿਸ ਤਰ੍ਹਾਂ ਹਮੇਸ਼ਾ ਦੀ ਤਰ੍ਹਾਂ ਜਿਹੜਾ ਟਾਈਮ ਹੈ ਉਹ ਕਾਲ ਅਸੀਂ ਹੁਣ ਤਕਰੀਬਨ 5-7 ਮਿੰਟ ਬਾਅਦ ਲਾਈਨਾਂ ਖੋਲ੍ਹ ਦੇਣੀਆਂ ਹੈ, ਤੇ ਉਸ ਤੋਂ ਬਾਅਦ ਤੁਸੀਂ ਸਾਡੇ ਨਾਲ ਕਾਲ ਕਰਕੇ ਅੱਜ ਦੇ ਇਸ ਪ੍ਰੋਗਰਾਮ 'ਤੇ ਸਾਂਝ ਪਾ ਸਕਦੇ ਹੋ। ਮੇਰੀ ਇੱਕ ਗੁਜ਼ਾਰਿਸ਼ ਹੈ ਪਲੀਜ਼ ਕਿ 3 ਮਿੰਟ ਦਾ ਟਾਈਮ ਤੁਹਾਡੀ ਸਕਰੀਨ 'ਤੇ ਚੱਲੇਗਾ, 3 ਮਿੰਟ 'ਚ ਆਪਣੀ ਕਵਿਤਾ ਨੂੰ ਜ਼ਰੂਰ ਪੂਰੀ ਕਰ ਲਿਓ, ਤਾਂ ਕਿ ਆਪਸੇ ਵੱਧ ਤੋਂ ਵੱਧ ਕਾਲਰਾਂ ਨੂੰ ਟਾਈਮ ਦੇ ਸਕੀਏ। ਤੇ ਮਤਲਬ ਮੇਰਾ ਮੰਨਣਾ ਹੈ ਕਿ 3 ਮਿੰਟ 'ਚ ਕਵਿਤਾ ਪੂਰੀ ਹੋ ਹੀ ਜਾਂਦੀ ਹੈ। ਸੋ ਕੋਸ਼ਿਸ਼ ਕਰਿਓ 3 ਮਿੰਟ 'ਚ ਆਪਾਂ ਆਪਣੀ ਜਿਹੜੀ ਰਚਨਾ ਹੈ ਜਾਂ ਨਜ਼ਮ ਹੈ, ਜੋ ਵੀ ਅੱਜ ਮਾਂ ਨੂੰ ਸਮਰਪਿਤ ਕਰਨੀ ਹੈ, ਉਹ ਪੂਰੀ ਕਰ ਲਿਓ। ਹਾਂਜੀ ਹਾਂਜੀ, ਲੋਕ ਗੀਤ ਹੈ ਇੱਕ। ਇਰਸ਼ਾਦ ਜੀ। ਮੈਂ 100 ਰੁੱਖ ਪਈ ਲਾਵਾਂ, ਰੁੱਖ ਤਾਂ ਹਰੇ ਪਰੇ, ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ, ਛਾਵਾਂ ਕੌਣ ਕਰੇ। ਵੀਰ ਮੇਰੇ ਨੇ ਬਾਗ ਲਵਾਇਆ, ਵਿੱਚ ਲਵਾਈਆਂ ਕਲੀਆਂ, ਵੀਰ ਮੇਰੇ ਨੇ ਬਾਗ ਲਵਾਇਆ, ਵਿੱਚ ਲਵਾਈਆਂ ਕਲੀਆਂ, ਜਾਂਦਿਆਂ ਰਾਹੀਆਂ ਨੂੰ ਰਾਹ ਪੇ ਪੁੱਛਦੀ, ਜਾਂਦਿਆਂ ਰਾਹੀਆਂ ਨੂੰ ਰਾਹ ਪੇ ਪੁੱਛਦੀ, ਕਿੱਥੇ ਵੀਰ ਦੀਆਂ ਗਲੀਆਂ, ਰੁੱਖ ਤਾਂ ਹਰੇ ਪਰੇ, ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ, ਛਾਵਾਂ ਕੌਣ ਕਰੇ। ਵੀਰ ਮੇਰੇ ਨੇ ਬਾਗ ਲਵਾਇਆ, ਬਾਗੀ ਠੰਡੀਆਂ ਛਾਵਾਂ, ਵੀਰ ਮੇਰੇ ਨੇ ਬਾਗ ਲਵਾਇਆ, ਬਾਗੀ ਠੰਡੀਆਂ ਛਾਵਾਂ, ਡਾਰੋਂ ਵਿਛੜੀ ਕੂੰਜ ਵਾਂਗ ਮੈਂ, ਡਾਰੋਂ ਵਿਛੜੀ ਕੂੰਜ ਵਾਂਗ ਮੈਂ, ਦੂਰ ਪਈ ਕੁਰਲਾਵਾਂ, ਰੁੱਖ ਤਾਂ ਹਰੇ ਪਰੇ, ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ, ਛਾਵਾਂ ਕੌਣ ਕਰੇ। ਵੀਰ ਮੇਰੇ ਨੇ ਬਾਗ ਲਵਾਇਆ, ਬਾਗ ਲਵਾਇਆ ਕੋਈ, ਵੀਰ ਮੇਰੇ ਨੇ ਬਾਗ ਲਵਾਇਆ, ਬਾਗ ਲਵਾਇਆ ਕੋਈ, ਵਸਦਾ ਰਹੇ ਮੇਰੇ
ਵੀਰ ਦਾ ਵੇੜਾ ਵਸਦਾ ਰਹੇ ਮੇਰੇ, ਵੀਰ ਦਾ ਵੇੜਾ ਮੈਂ ਪਰਦੇਸਣ ਹੋਈ। ਰੁੱਖ ਤਾਂ ਹਰੇ ਪਰੇ, ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ, ਛਾਵਾਂ ਕੌਣ ਕਰੇ। ਮੈਂ 100 ਰੁੱਖ ਪਈ ਲਾਵਾਂ, ਰੁੱਖ ਤਾਂ ਹਰੇ ਪਰੇ, ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ, ਛਾਵਾਂ ਕੌਣ ਕਰੇ। ਕੀ ਬਾਤ ਹੈ ਜੀ, ਵਾਕਈ ਮਾਵਾਂ ਠੰਡੀਆਂ ਛਾਵਾਂ ਹੁੰਦੀਆਂ ਤੇ ਉਸ ਤੋਂ ਬਿਨਾਂ ਛਾਵਾਂ ਕੋਈ ਨਹੀਂ ਕਰ ਸਕਦਾ। ਮੈਨੂੰ ਚੰਦ ਲਾਈਨਾਂ ਯਾਦ ਆ ਗਈਆਂ। ਕਹਿੰਦੇ ਜਦ ਮੁਹੱਬਤ ਦੀ ਗੱਲ ਚੱਲੀ, ਜਦ ਮੁਹੱਬਤ ਦੀ ਗੱਲ ਚੱਲੀ ਸਭ ਤੋਂ ਉੱਤੇ ਮਾਂ ਦਾ ਨਾਂ ਆਇਆ। ਜਦ ਮੁਹੱਬਤ ਦੀ ਗੱਲ ਚੱਲੀ ਸਭ ਤੋਂ ਉੱਤੇ ਮਾਂ ਦਾ ਨਾਂ ਆਇਆ। ਉਹ ਮੈਨੂੰ ਉਦੋਂ ਤੋਂ ਪਿਆਰ ਕਰਦੀ ਹੈ, ਉਹ ਮੈਨੂੰ ਉਦੋਂ ਤੋਂ ਪਿਆਰ ਕਰਦੀ ਹੈ ਜਦ ਮੈਂ ਪਹਿਲੀ ਵਾਰ ਪ੍ਰੈਗਨੈਂਸੀ ਸਟ੍ਰਿਪ ਤੇ ਇੱਕ ਲਕੀਰ ਬਣ ਕੇ ਨਜ਼ਰ ਆਇਆ। ਵਾਹ ਵਾਹ, ਬਹੁਤ ਖੂਬ, ਬਹੁਤ ਖੂਬ। ਸੋ ਜਿਹੜਾ ਮਾਂ ਦਾ ਪਿਆਰ ਹੈ ਨਾ, ਉਹ ਬਿਲਕੁਲ ਕਦੀ ਵੀ ਘੱਟ ਨਹੀਂ ਹੋਇਆ ਕਿਸੇ ਨਾਲੋਂ ਵੀ। ਜੇ ਆਪਾਂ ਹੋਰ ਇੱਕ ਗੱਲ ਕਰ ਲਈਏ, ਦੁਨੀਆ ਦੇ ਹਰ ਰਿਸ਼ਤੇ 'ਚ ਪਿਆਰ ਕੁਛ ਤਾਂ ਘੱਟ ਦਿਖੂਗਾ। ਦੁਨੀਆ ਦੇ ਹਰ ਰਿਸ਼ਤੇ ਵਿੱਚ ਪਿਆਰ ਕੁਛ ਤਾਂ ਘੱਟ ਦਿਖੂਗਾ। ਇੱਕ ਮਾਂ ਦਾ ਪਿਆਰ ਹੈ ਜੋ 9 ਮਹੀਨੇ ਤੁਹਾਨੂੰ ਜ਼ਿਆਦਾ ਦਿਖੂਗਾ। ਵਾਹ, ਬਹੁਤ ਖੂਬ, ਬਹੁਤ। ਕਿਉਂਕਿ ਉਹ ਸਾਨੂੰ ਉਦੋਂ ਤੋਂ ਪਿਆਰ ਕਰਦੀ, ਜਿਸ ਤਰ੍ਹਾਂ ਪਹਿਲਾਂ ਕਿਹਾ, ਜਦੋਂ ਅਸੀਂ ਪਹਿਲੀ ਵਾਰ ਸਟ੍ਰਿਪ ਤੇ ਨਜ਼ਰ ਆਏ ਤੇ ਉਹਨੇ ਆਪਣੀ 9 ਮਹੀਨੇ ਕੋਖ 'ਚ ਰੱਖਿਆ। ਬਾਕੀ ਪਿਆਰ ਤਾਂ ਸਾਨੂੰ ਬਾਅਦ 'ਚ ਮਿਲਿਆ ਨਾ। ਜਿਹੜਾ ਮਾਂ ਦਾ ਪਿਆਰ ਹੈ ਉਹ ਤੁਹਾਨੂੰ ਹਮੇਸ਼ਾ ਜ਼ਿਆਦਾ ਹੀ ਮਿਲੂਗਾ, ਕਦੀ ਵੀ ਘੱਟ ਨਹੀਂ ਹੋਏਗਾ। ਪਿਆਰੇ ਦੋਸਤੋ, ਅੱਜ ਹੁਣ ਜਿਹੜੀਆਂ ਸਾਡੇ ਲਾਈਨਾਂ ਖੁੱਲ ਚੁੱਕੀਆਂ ਨੇ ਔਰ ਕਾਲ ਆ ਵੀ ਗਈ ਆਪਾਂ ਨੂੰ, ਵੈਸੇ ਕਿਉਂਕਿ ਟੈਕਨੀਕਲ ਟੀਮ ਸਾਡੀ ਇਸ਼ਾਰਾ ਕਰ ਰਹੀ, ਕਾਲ ਆ ਗਈ, ਆਪਾਂ ਕਾਲ ਲੈ ਲਈਏ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਕੌਣ? ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਕੀ ਕਹਿਣਾ ਚਾਹੋ? ਕੌਣ ਬੋਲਦੇ ਜੀ, ਪਹਿਲਾਂ ਦੱਸੋ। ਮੇਰਾ ਨਾਮ ਸਰਵਨ ਸਿੰਘ ਬਾਈਆ, ਮੈਂ ਜਰਮਨ ਤੋਂ ਹਾਂ ਜੀ। ਹਾਂਜੀ ਸਰਵਨ ਸਿੰਘ ਬਾਈਆ ਜੀ, ਜੀ ਆਇਆਂ ਨੂੰ। ਇਹ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਤੇ? ਆ ਜਾਓ। ਵੀ ਤੁਸੀਂ ਜਿਹੜਾ ਟੌਪਿਕ ਅੱਜ ਮਾਂ ਦਾ ਲੈ ਕੇ ਆਏ ਆ, ਤੇ ਫਿਰ ਨਹੀਂ ਰਹਿ ਹੁੰਦਾ ਜਿਹੜਾ ਮਾਵਾਂ ਦਾ ਪਿਆਰ ਆ। ਹਾਂਜੀ, ਆ ਪੁੱਤਰਾਂ ਧੀਆਂ ਲਈ ਕਰਦੀ ਆ ਜਾਓ। ਕਦੇ ਵੀ ਨਹੀਂ ਦੇ ਸਕਦੇ। ਹਾਂਜੀ, ਆ ਜਾਓ। ਮੈਂ ਵੀ ਕੁਝ ਲੈਣਾ ਲਿਖੀਆਂ ਮਾਂ ਦੇ ਤੁਹਾਡੀ ਆਗਿਆ ਹੋਵੇ ਤਾਂ। ਇਰਸ਼ਾਦ ਜੀ, ਇਰਸ਼ਾਦ। ਲਿਖਿਆ ਜੀ, ਨਾ ਭੁੱਲਿਓ ਨਾ ਕਦਰ ਗਵਾਇਓ ਮਾਂ ਦੀ ਮਮਤਾ ਦੀ, ਮਮਤਾ ਦੀ ਪਰਦਾਸਾ ਕਰਦੀ ਨਿਤ ਦੀ ਪੁੱਤਰਾਂ ਦੀ। ਕੀ ਬਾਤ ਹੈ। ਪਰਦਾਸਾ ਕਰਦੀ ਨਿਤ ਦੀ ਪੁੱਤਰਾਂ ਦੀ। ਵਿੱਚ ਹੋਵੇ ਚਾਹਤ ਘਰ ਜਾਂਦੀ ਆ, ਘਰ ਦੇ ਉੱਤੇ ਜਾ ਕੇ ਪਾਠ ਕਰਾਉਂਦੀ ਆ। ਹਰ ਨਾਲ ਕੋਈ ਦੇਖੇ, ਹਰ ਨਾਲ ਕੋਈ ਦੇਖੇ ਸ਼ਰਧਾ ਦੀ। ਕੀ ਬਾਤ ਹੈ ਜੀ। ਭੁੱਲਿਓ ਨਾ ਕਦਰ ਗਵਾਇਓ ਮਾਂ ਦੀ ਮਮਤਾ ਦੀ। ਘਰ ਕਿਤੋਂ ਵੀ ਭੇਜੇ ਅੱਗ ਵਿੱਚ ਸਾਂਝ ਵਧਾਉਣ ਲਈ, ਮਨ ਵਿੱਚ ਰਹਿੰਦੀ ਚਾਹਤ ਹਮੇਸ਼ਾ ਆਇਆ ਖਵਾਉਣ ਲਈ। ਸ਼ਰਧਾ ਪੂਰੀ, ਦੀ ਸ਼ਰਧਾ ਪੂਰੀ ਢਿੱਡਾਂ ਲਾ ਲੈਂਦੀ। ਕੀ ਬਾਤ ਹੈ। ਨਾ ਕਦਰ ਗਵਾਇਓ ਮਾਂ ਦੀ ਮਮਤਾ ਦੀ। ਵਾਹ। ਇਹ ਕਿਹੜਾ ਨਹੀਂ ਦੇ ਸਕਦਾ ਉਸ ਮਾਂ ਦੇ ਕਰਜ਼ਾਂ ਦਾ। ਅੱਖ ਦੀ ਨਿਤ ਖਿਆਲ ਸਦਾ ਵੀ ਮਾਂ ਦੇ ਫਰਜ਼ਾਂ ਦਾ। ਵਾਹ ਜੀ ਵਾਹ। ਐ ਨਸ਼ਾ ਵੀ ਬੁਰੀਆਂ ਨਜ਼ਰਾਂ ਦੀ। ਭੁੱਲਿਓ ਨਾ ਗਵਾਇਓ ਮਾਂ ਦੀ ਮਮਤਾ ਦੀ। ਨਾ ਭੁੱਲਿਓ ਨਾ ਕਦਰ ਗਵਾਇਓ ਮਾਂ ਦੀ ਮਮਤਾ ਦੀ। ਕੀ ਬਾਤ ਹੈ ਜੀ, ਵਾਹ। ਨਾ ਕੋਈ ਰਿਸ਼ਤਾ ਨਾ ਗਵਾ ਲਈਏ, ਹਰ ਕਿਸੇ ਮਾਂ ਦੀ ਸੇਵਾ ਅੱਗ ਤੋਂ ਪਾ ਲਈਏ। ਵਾਹ। ਤੇ ਲਾਲ ਤੂੰ ਗਾਇਆ ਮਾਂ ਦੇ ਚਰਨਾਂ ਦੀ। ਭੁੱਲਿਓ ਨਾ ਕਦਰ ਗਵਾਇਓ ਮਮਤਾ ਦੀ। ਭੁੱਲਿਓ ਨਾ ਕਦਰ ਗਵਾਇਓ ਦੀ ਮਮਤਾ ਦੀ। ਕੀ ਬਾਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਕਈ ਸਰਵਨ ਸਿੰਘ ਜੀ, ਤੁਸੀਂ ਬਹੁਤ ਵਧੀਆ ਆਪਣੀ ਜਿਹੜੀ ਰਚਨਾ ਕਹਿ ਕੇ ਗਏ ਹੋ ਕਿ ਕਦੀ ਨਾ ਭੁੱਲਿਓ ਮਾਂ ਦੀ ਮਮਤਾ ਦੀ। ਜਿਹੜੀ ਹੈ ਵਾਕਈ ਇਹ ਸੱਚਾਈ ਹੈ, ਕਦੀ ਨਹੀਂ ਭੁੱਲਣਾ ਚਾਹੀਦਾ ਸਾਨੂੰ। ਤੁਸੀਂ ਹੋਰ ਅੱਜ ਕੀ ਲੈ ਕੇ ਆਏ ਹੋ ਸਾਡੇ ਦਰਸ਼ਕਾਂ ਲਈ? ਮੈਂ ਨਾ ਇੱਕ
ਸ਼ਾਕਿਰ ਹੋਰਾਂ ਦਾ ਇੱਕ ਗੀਤ ਹੈ ਮਾਂ ਦੇ ਬਾਰੇ। ਹਾਂਜੀ। ਤੇ ਜਿੰਨਾ ਕਿ ਦੱਸੋ ਕਿੰਨਾ ਕਿ ਟਾਈਮ ਹੈ, ਮੈਂ ਉਸ ਹਿਸਾਬ ਨਾਲ ਉਹਦੇ ਵਿੱਚ ਹਾਂਜੀ ਜਿੰਨਾ ਕਹਿ ਸਕਦੇ ਹੋ ਕਹੋ। ਤੇ ਗਾਇਆ ਸੀ ਉਹਨਾਂ ਨੇ, ਪੇਸ਼ ਕੀਤਾ ਹੋਇਆ ਬਸ਼ੀਰ ਹੋਰਾਂ ਨੇ, ਤੇ ਮੈਂ ਉਹ ਬਸ ਆਪਣੀ ਆਵਾਜ਼ ਦੇ ਵਿੱਚ ਥੋੜਾ ਪੇਸ਼ ਕਰਾਂ। ਐਡੀਆਂ ਗੂੜੀਆਂ ਜਗ ਤੇ ਛਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਕਿਆ ਬਾਤ ਹੈ ਜੀ। ਐਡੀਆਂ ਗੂੜੀਆਂ ਜਗ ਤੇ ਛਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਮੰਦਾ ਮੂੰਹ ਤੋਂ ਬੋਲ ਜੇ ਨਿਕਲੇ ਟੋਕਦੀਆਂ, ਚੰਗੀ ਮਾੜੀ ਥਾਂ ਤੋਂ ਮਾਵਾਂ ਰੋਕਦੀਆਂ। ਕਿਆ ਬਾਤ ਹੈ ਜੀ, ਵਾਹ। ਮੁਫਤ ਚ ਏਡੀਆਂ ਨੇਕ ਸਲਾਹਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਕਿਆ ਬਾਤ ਹੈ ਜੀ, ਵਾਹ ਵਾਹ। ਪੁੱਤਰ ਭਾਵੇਂ ਲੱਖ ਜਹਾਨ ਤੋਂ ਮੰਦੇ ਨੇ, ਮਾਵਾਂ ਆਖਣ ਸਾਰੇ ਜਗ ਤੋਂ ਚੰਗੇ ਨੇ। ਕਿਆ ਬਾਤ ਹੈ ਜੀ, ਵਾਹ। ਹੋਰ ਕਿਸੇ ਤੋਂ ਇੰਜ ਵਫਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਕਿਆ ਬਾਤ ਹੈ ਜੀ। ਮਾਂ ਦੇ ਵਰਗਾ ਕਿਸ ਨੇ ਦਰਦ ਵੰਡਾਉਣਾ ਏ, ਐਵੇਂ ਬੂਹਾ ਖੜਕਿਆ ਕਿੰਨੇ ਆਉਣਾ ਏ, ਐਵੇਂ ਰੌਲੇ ਪਾ ਨਾ ਛਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਕੰਮ ਇੱਕ ਦੋਸਤਾ ਆਖਾਂ ਤੈਨੂੰ ਕਰ ਜਾਵੀਂ, ਮਾਂ ਦੇ ਮਰਨ ਤੋਂ ਪਹਿਲਾਂ ਹੀ ਪਹਿਲਾਂ ਮਰ ਜਾਵੀਂ, ਮੁੜ ਕੇ ਜਗ ਤੇ ਮਰਨ ਨੂੰ ਥਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਵਾਹ ਜੀ ਵਾਹ। ਮਾਂ ਦਾ ਸ਼ਾਕਿਰ ਅੰਤ ਵਿਛੋੜਾ ਪੈਣਾ ਏ, ਆਪੇ ਡਿੱਗਣਾ ਆਪੇ ਉੱਠਣਾ ਪੈਣਾ ਏ, ਬਿਸਮਿਲ੍ਲਾ ਦੀਆਂ ਫੇਰ ਸਦਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਐਡੀਆਂ ਗੂੜੀਆਂ ਜਗ ਤੇ ਛਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਵਾਕਈ ਇੱਕ ਵਾਰੀ ਜੇ ਮਾਂ ਚਲੇ ਜਾਵੇ ਫਿਰ ਬਹੁਤ ਮੁਸ਼ਕਲ ਹੁੰਦਾ ਹੈ। ਬਹੁਤ ਮੈਂ ਆਪਾਂ ਕਾਲ ਲੈ ਲਈਏ, ਫਿਰ ਕਾਲ ਤੋਂ ਬਾਅਦ ਆਪਾਂ ਇਸ ਬਾਰੇ ਗੱਲ ਕਰਾਂਗੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਡਾਕਟਰ ਸਾਹਿਬ, ਤੁਹਾਨੂੰ ਤੇ ਤੁਹਾਡੇ ਬਹੁਤ ਹੀ ਸਤਿਕਾਰਯੋਗ ਮਹਿਮਾਨਾਂ ਬੀਬੀ ਜੀ ਨੂੰ, ਤੁਹਾਡੇ ਸਟਾਫ ਨੇ, ਤੁਹਾਡੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਹਾਂਜੀ ਭੋਗਲ ਜੀ, ਕੀ ਕਹਿਣਾ ਚਾਹੋਗੇ ਅੱਜ? ਹਾਂਜੀ ਡਾਕਟਰ ਸਾਹਿਬ, ਅੱਜ ਮਦਰਸ ਡੇ ਆ। ਸਾਰੀਆਂ ਮਾਤਾਵਾਂ ਨੂੰ ਮੇਰਾ ਬਹੁਤ ਬਹੁਤ ਪ੍ਰਣਾਮ, ਬਹੁਤ ਬਹੁਤ ਵਧਾਈਆਂ। ਹਾਂਜੀ। ਤੇ ਆਪਣੇ ਡਾਕਟਰ ਸਾਹਿਬ, ਸਾਡੀ ਮਾਤਾ ਜੀ ਤਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਨੇ ਕਈ ਸਾਲ ਪਹਿਲਾਂ। ਹਾਂਜੀ। ਤੇ ਮਾਂ ਤੇ ਮਾਏ ਹੁੰਦੀ ਆ ਭਾਈ। ਤੇ ਲਓ ਮੈਂ ਕੁਝ ਲਾਈਨਾਂ ਬੋਲਦਿਆਂ ਵੀ 3 ਮਿੰਟ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਾਂਗਾ। ਇਰਸ਼ਾਦ ਜੀ। ਲਿਖਿਆ ਬਈ, ਐਵੇਂ ਦਾਅਵੇਦਾਰਾਂ ਦੀਆਂ ਹੱਟੀਆਂ ਉੱਤੇ, ਐਵੇਂ ਦਾਅਵੇਦਾਰਾਂ ਦੀਆਂ ਹੱਟੀਆਂ ਉੱਤੇ ਆਪਣਾ ਵਕਤ ਨਾ ਜ਼ਾਇਆ ਕਰਿਆ ਕਰੋ। ਹੋਏ ਜੇ ਜਨਤ ਵੇਖਣ ਨੂੰ ਸੱਚਮੁੱਚ ਜੀ ਕਰਦਾ ਹੈ, ਮਾਂ ਦੇ ਚਰਨਾਂ ਤੇ ਸਿਰ ਧਰਿਆ ਕਰੋ। ਵਾਹ ਜੀ ਵਾਹ ਵਾਹ। ਐਵੇਂ ਦਾਅਵੇਦਾਰਾਂ ਦੀਆਂ ਹੱਟੀਆਂ ਉੱਤੇ ਆਪਣਾ ਵਕਤ ਨਾ ਜ਼ਾਇਆ ਕਰਿਆ ਕਰੋ।
ਓਏ ਜੇ ਜਨਤ ਵੇਖਣ ਨੂੰ ਸੱਚਮੁੱਚ ਜੀ ਕਰਦਾ ਹੈ, ਮਾਂ ਦੇ ਚਰਨਾਂ ਤੇ ਸਿਰ ਧਰਿਆ ਕਰੋ। ਬਈ ਮਾਂ ਦੀ ਅਸੀਸ ਦਾ ਜਿਹੜੇ ਨਾ ਮੁੱਲ ਜਾਣਨ, ਮਾਂ ਦੀ ਅਸੀਸ ਦਾ ਜਿਹੜੇ ਨਾ ਮੁੱਲ ਜਾਣਨ, ਕੌਡੀ ਮੁੱਲਦੇ ਨਹੀਂ ਉਹ ਆਪ ਰਹਿੰਦੇ। ਆਏ ਸੁੱਖ ਵੀ ਦੁੱਖਾਂ ਦਾ ਰੂਪ ਧਾਰਨ, ਜ਼ਿੰਦਗੀ ਭਰ ਮੁਸੀਬਤਾਂ ਰਹਿਣ ਸਹਿੰਦੇ। ਬਈ ਅੱਜ ਦੇ ਕਲੇਸ਼ਾਂ ਭਰੇ ਇਸ ਯੁੱਗ ਅੰਦਰ, ਅੱਜ ਦੇ ਕਲੇਸ਼ਾਂ ਭਰੇ ਇਸ ਯੁੱਗ ਅੰਦਰ, ਕੋਝੇ ਕਰਦੇ ਨਿਤ ਕੋਝੀਆਂ ਹਰਕਤਾਂ ਨੇ। ਓਏ ਮਾਂ ਦੀ ਅਸੀਸ ਤੋਂ ਵਾਂਝੇ ਨਾ ਰਹੋ ਲੋਕੋ, ਉਹਦੇ ਵਿੱਚ ਹੀ ਰੱਬ ਦੀਆਂ ਬਰਕਤਾਂ ਨੇ। ਓਏ ਮਾਂ ਦੀ ਅਸੀਸ ਤੋਂ ਵਾਂਝੇ ਨਾ ਰਹੋ ਲੋਕੋ, ਉਹਦੇ ਵਿੱਚ ਹੀ ਰੱਬ ਦੀਆਂ ਬਰਕਤਾਂ ਨੇ ਯਾਰੋ, ਉਹਦੇ ਵਿੱਚ ਹੀ ਰੱਬ ਦੀਆਂ ਬਰਕਤਾਂ ਨੇ। ਵਾਹ ਜੀ ਵਾਹ, ਵਾਹ। ਬਈ ਏਕ ਤੋਂ ਅਨੇਕ ਹੋਣ ਦੀ ਸੋਚ ਪਿੱਛੋਂ, ਏਕ ਤੋਂ ਅਨੇਕ ਹੋਣ ਦੀ ਸੋਚ ਪਿੱਛੋਂ ਰੱਬ ਨੇ ਨਵਾਂ ਨਕੋਰ ਜੀ ਤਿਆਰ ਕੀਤਾ। ਮਾਤ ਲੋਕ ਵਿੱਚ ਆਉਣ ਦਾ ਹੁਕਮ ਦੇ ਕੇ ਖੁਸ਼ੀਆਂ ਦੇਣ ਦਾ ਨਾਲ ਇਕਰਾਰ ਕੀਤਾ। ਕੀ ਬਾਤ ਹੈ। ਏਕ ਤੋਂ, ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਏਕ ਤੋਂ ਅਨੇਕ ਹੋਣ ਦੀ ਸੋਚ ਪਿੱਛੋਂ ਰੱਬ ਨੇ ਨਵਾਂ ਨਕੋਰ ਜੀ ਤਿਆਰ ਕੀਤਾ। ਮਾਤ ਲੋਕ ਵਿੱਚ ਆਉਣ ਦਾ ਹੁਕਮ ਦੇ ਕੇ ਖੁਸ਼ੀਆਂ ਦੇਣ ਦਾ ਨਾਲ ਇਕਰਾਰ ਕੀਤਾ। ਬਈ ਇਕੱਲਿਆਂ ਆਉਣ ਲਈ ਜੀਵ ਨੇ ਨਾ ਕੀਤੀ, ਇਕੱਲਿਆਂ ਆਉਣ ਲਈ ਜੀਵ ਨੇ ਨਾ ਕੀਤੀ, ਨਾਲ ਆਉਣ ਦਾ ਰੱਬ ਨੂੰ ਮੋਹ ਜਾਲ ਪਾਇਆ। ਓਏ ਰਾਖੀ ਕਰਨ ਲਈ ਖੁਦ ਭਗਵਾਨ ਭੋਗਣ, ਮਾਂ ਬਣ ਕੇ ਜੀਵ ਦੇ ਨਾਲ ਆਇਆ। ਕੀ ਬਾਤ ਹੈ ਜੀ, ਵਾਹ। ਇਕੱਲਿਆਂ ਆਉਣ ਲਈ ਜੀਵ ਨੇ ਨਾ ਕੀਤੀ, ਨਾਲ ਆਉਣ ਦਾ ਰੱਬ ਨੂੰ ਮੋਹ ਜਾਲ ਪਾਇਆ। ਓਏ ਰਾਖੀ ਕਰਨ ਲਈ ਖੁਦ ਭਗਵਾਨ ਭੋਗਣ, ਮਾਂ ਬਣ ਕੇ ਜੀਵ ਦੇ ਨਾਲ ਆਇਆ ਯਾਰੋ, ਮਾਂ ਬਣ ਕੇ ਜੀਵ ਦੇ ਨਾਲ ਆਇਆ। ਇਹ ਮਾਂ ਪਰਮਾਤਮਾ ਤੋਂ ਬਾਅਦ ਰੱਬ ਦਾ ਨਾਮ ਤਾਂਹੀਓ ਲੈਨੇ ਆ, ਪਰਮਾਤਮਾ ਤੋਂ ਬਾਅਦ ਰੱਬ ਦਾ ਨਾਮ ਆਉਂਦਾ ਦੂਸਰੇ ਨੰਬਰ ਤੇ ਮਾਂ। ਵਾਕਈ ਜਦੋਂ ਬੱਚਾ ਪੇਟ ਵਿੱਚ ਪ੍ਰਵੇਸ਼ ਕਰਦਾ, ਰੱਬ ਨੂੰ ਪਹਿਲੇ ਨੰਬਰ ਤੇ ਪਤਾ ਹੁੰਦਾ, ਦੂਸਰੇ ਨੰਬਰ ਤੇ ਮਾਂ ਨੂੰ ਪਤਾ ਹੁੰਦਾ, ਪਿਓ ਨੂੰ ਵੀ ਨਹੀਂ ਪਤਾ ਹੁੰਦਾ। ਵਾਕਈ ਸੱਚਾਈ ਹੈ ਇਸ ਗੱਲ ਦੀ ਜੀ। ਭਗਤ ਜੀ ਬਹੁਤ ਵਧੀਆ ਤੁਸੀਂ ਅੱਜ ਕਹਿ ਕੇ ਗਏ ਹੋ ਰਚਨਾ ਆਪਣੀ, ਤੇ ਹਮੇਸ਼ਾ ਤੁਸੀਂ ਵਧੀਆ ਹੀ ਕਹਿੰਦੇ ਹੋ। ਦਵਿੰਦਰ ਕੌਰ ਜੀ, ਇਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਤੁਰ ਜਾਵਣ ਮਾਵਾਂ ਤੇ ਮੁੜ ਕੇ ਲੱਭਦੀਆਂ ਨਹੀਂ। ਵਾਕਈ ਇਹ ਸੱਚਾਈ ਹੈ ਕਿ ਮੁੜ ਕੇ ਰਿਸ਼ਤਾ, ਕਿਉਂਕਿ ਮਾਂ ਪਿਓ ਦਾ ਰਿਸ਼ਤਾ ਇੱਕ ਐਸਾ ਜਿਹੜਾ ਮੁੜ ਕੇ ਨਹੀਂ ਲੱਭਦਾ। ਬਿਲਕੁਲ। ਸੋ ਮੈਨੂੰ ਚੰਦ ਲਾਈਨਾਂ ਯਾਦ ਆ ਗਈਆਂ ਜੀ। ਕਹਿੰਦੇ ਬਹਿ ਕੇ ਪੁੱਤ ਤੇਰਾ ਸ਼ਮਸ਼ਾਨ ਚ ਰੋਂਦਾ, ਬਹਿ ਕੇ ਪੁੱਤ ਤੇਰਾ ਸ਼ਮਸ਼ਾਨ ਚ ਰੋਂਦਾ, ਉਹ ਉੱਠ ਮਾਏ ਮੇਰੇ ਦਿਲ ਨੂੰ ਚੈਨ ਨਹੀਂ ਆਉਂਦਾ। ਜਦੋਂ ਮਾਂ ਤੁਰ ਜਾਂਦੀ ਨਾ ਫਿਰ ਬੱਚਾ ਕੀ ਕਰੇ। ਉਹ ਬਹਿ ਕੇ ਪੁੱਤ ਤੇਰਾ ਸ਼ਮਸ਼ਾਨ ਚ ਰੋਂਦਾ, ਉਹ ਮੇਰੇ ਦਿਲ ਨੂੰ ਚੈਨ ਨਹੀਂ ਆਉਂਦਾ। ਤੂੰ ਉੱਠ ਮਾਏ ਘਰ ਚਲੀਏ, ਤੂੰ ਉੱਠ ਮਾਏ ਘਰ ਚਲੀਏ, ਦੁੱਖ ਸੁੱਖ ਝੱਲ ਕੇ ਤੂੰ ਮੈਨੂੰ ਪਾਲਿਆ, ਦੁੱਖ ਸੁੱਖ ਝੱਲ ਕੇ ਤੂੰ ਮੈਨੂੰ ਪਾਲਿਆ। ਹੋਇਆ ਮੈਂ ਜਵਾਨ ਤੇ ਤੂੰ ਡੇਰਾ ਦੂਰ ਜਾ ਲਾ ਲਿਆ, ਹੋਇਆ ਮੈਂ ਜਵਾਨ ਤੇ ਤੂੰ ਡੇਰਾ ਦੂਰ ਲਾ ਲਿਆ। ਤੇ ਦੁੱਖ ਟੱਕਦੇ ਕੋਈ ਨਾ ਬਣਾਉਂਦਾ, ਦੁੱਖ ਢੱਕਦੇ ਕੋਈ ਨਾ ਬਣਾਉਂਦਾ, ਉੱਠ ਮਾਏ ਘਰ ਚਲੀਏ, ਉਹ ਮੇਰੇ ਦਿਲ ਨੂੰ ਚੈਨ ਨਹੀਂ ਆਉਂਦਾ। ਬਾਕੀ ਜਿਨ੍ਹਾਂ ਦੀ ਮਾਵਾਂ ਹੈ ਨਹੀਂ, ਬਾਕੀ ਉਹ ਜਾਣਦੇ ਨੇ ਇਸ ਦਰਦ, ਇਹ ਮਹਿਸੂਸ ਕਰੋਗੇ ਵੀ ਇਹ ਦਰਦ ਕੀ ਹੈ। ਔਰ ਅਸੀਂ ਤਾਂ ਇਸ ਸ਼ੋਅ ਰਾਹੀਂ ਇਹੀ ਕਹਾਂਗੇ, ਜੇ ਤੁਹਾਡੇ ਮਾਂ ਪਿਓ ਜਿੰਦੇ, ਤੁਸੀਂ ਬਹੁਤ ਕਿਸਮਤ ਵਾਲੇ ਹੋ, ਤੇ ਉਹਨਾਂ ਦੀ ਸੇਵਾ ਜ਼ਰੂਰ ਕਰੋ, ਕਿਉਂਕਿ ਉਹਨਾਂ ਦੇ ਚਰਨਾਂ 'ਚ ਹੀ ਤੁਹਾਨੂੰ ਸਭ ਕੁਝ ਮਿਲ ਜਾਣਾ। ਜੀ ਜੀ। ਆਪਾਂ ਗੱਲ ਕਰ ਰਹੇ ਸੀਗੇ, ਕਾਲ ਆ ਗਈ, ਆਪਾਂ ਕਾਲ ਲੈ ਲਈਏ, ਇੱਕ ਕਾਲ ਲੈ ਲਈਏ ਆਪਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਮਨਜੀਤ ਪੱਡਾ ਬੋਲ ਰਹੀ ਹਾਂ। ਹਾਂਜੀ ਮਨਜੀਤ ਭੈਣ ਜੀ ਸਤਿ ਸ਼੍ਰੀ ਅਕਾਲ। ਹਾਂਜੀ ਦਵਿੰਦਰ ਭੈਣ ਜੀ ਨੂੰ ਬਹੁਤ ਬਹੁਤ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਪਿਆਰ ਤੁਹਾਨੂੰ, ਬੜਾ ਬੜਾ ਸਤਿਕਾਰ। ਮਨਜੀਤ ਪੱਡਾ ਜੀ ਸਤਿ ਸ਼੍ਰੀ ਅਕਾਲ। ਅੱਛਾ ਜੀ, ਤੁਹਾਡੇ ਨਜ਼ਰ ਹੈ ਤੁਹਾਡੀ। ਹਾਂਜੀ ਮੇਰੀ ਅੱਜ ਮਾਂ ਦੀ ਕਵਿਤਾ ਆਸ ਕਰਦੀ ਹਾਂ ਤੁਸੀਂ। ਹਾਂਜੀ ਆ ਜਾਓ ਜੀ ਜੀ। ਹਾਂਜੀ ਕਵਿਤਾ ਤੋਂ ਪਹਿਲਾਂ ਰੱਬ ਵੀ ਆਇਆ ਕਈ ਵਾਰ ਤੇ ਮਾਂ ਦੀ ਗੋਦੀ ਬੈਠ ਲਈ। ਰੱਬ ਵੀ ਆਇਆ ਕਈ ਵਾਰ ਇੱਥੇ ਮਾਂ ਦੀ ਗੋਦੀ ਬੈਠ ਲਈ, ਜੀਸਸ ਬਣਿਆ ਨਾਨਕ ਬਣਿਆ ਗੋਦੀ ਦਾ ਨਿੱਘ ਲੈਣ ਲਈ। ਕੀ ਬਾਤ। ਮਾਂ ਵਿੱਚ ਸ਼ਕਤੀ ਅੱਜ ਵੀ ਹੁੰਦੀ ਬੱਚਿਆਂ ਦੇ ਦੁੱਖ ਸਹਿਣ ਲਈ, ਮਨਜੀਤ ਕੋਲ ਕੋਈ ਲਫ਼ਜ਼ ਵੀ ਹੈ ਨਹੀਂ ਮਾਂ ਦੀਆਂ ਸਿਫਤਾਂ ਕਹਿਣ ਲਈ। ਕੀ ਬਾਤ। ਮਾਵਾਂ ਠੰਡੀਆਂ ਛਾਵਾਂ ਹਰ ਕੋਈ ਕਹਿੰਦਾ ਹੈ, ਮਾਵਾਂ ਦਾ ਸੁੱਖ ਹਰ ਇੱਕ ਬੱਚਾ ਲੈਂਦਾ ਹੈ। ਜਦੋਂ ਮਾਂ ਦਾ ਹੱਥ ਸਿਰ ਦੇ ਉੱਤੋਂ ਉੱਠ ਜਾਵੇ, ਦਿਨ ਦੀ ਲੋ ਵਿੱਚ ਵੀ ਹਨੇਰਾ ਰਹਿੰਦਾ ਹੈ। ਵਾਕਈ ਹਰ ਮਾਂ ਨੂੰ ਆਪਣਾ ਪਰਿਵਾਰ ਪਿਆਰਾ ਹੈ, ਮਾਂ ਬੱਚਿਆਂ ਦਾ ਸਭ ਤੋਂ ਵੱਡਾ ਸਹਾਰਾ ਹੈ। ਮਾਂ ਦੇ ਪੈਰਾਂ ਵਿੱਚ ਸਵਰਗ ਦਾ ਵਾਸਾ ਹੈ, ਮਾਂ ਦਾ ਵਿਵਹਾਰ ਵੱਖਰਾ ਅਤੇ ਨਿਆਰਾ ਹੈ। ਕੀ ਬਾਤ ਹੈ ਜੀ, ਵਾਹ। ਮਾਂ ਲਈ ਵੱਡਾ ਪੁੱਤ ਵੀ ਅਜੇ ਨਿਆਣਾ ਹੈ,
ਮਾਂ ਲਈ ਵੱਡਾ ਪੁੱਤ ਵੀ ਅਜੇ ਨਿਆਣਾ ਹੈ, ਮਾਂ ਕਹਿੰਦੀ ਮੇਰਾ ਕਮਰਾ ਵੀ ਸਿਆਣਾ ਹੈ। ਆਹਾ ਮਾਂ ਦੀ ਸੇਵਾ ਕਦੇ ਅਜਾਈ ਜਾਣੀ ਨਹੀਂ, ਸੁਖੀ ਰੱਖੋ ਤੁਸੀਂ ਮਾਂ ਨੂੰ ਜੇ ਸੁਖ ਪਾਣਾ ਹੈ। ਕੀ ਬਾਤ ਹੈ ਜੀ। ਮਾਵਾਂ ਦੇ ਬਿਨ ਸਕਦੇ ਜੀ ਨਿਆਣੇ ਨਹੀਂ, ਮਾਵਾਂ ਦੇ ਬਿਨ ਸਕਦੇ ਜੀ ਨਿਆਣੇ ਨਹੀਂ, ਮਾਵਾਂ ਦੇ ਅਹਿਸਾਨ ਅਸਾਂ ਪਛਾਣੇ ਨਹੀਂ। ਮਾਂ ਦੇ ਦਿਲ ਨੂੰ ਕਦੇ ਵੀ ਠੇਸ ਪਹੁੰਚਾਵੋ ਨਾ, ਸਿਰ ਜੋ ਚਾੜੇ ਕਰਜ਼ ਉਤਾਰੇ ਜਾਣੇ ਨਹੀਂ। ਆਹਾ ਕੀ ਬਾਤ ਹੈ ਜੀ। ਵਾਹ ਮੈਂ ਤੇਰੇ ਲਈ ਕਵਿਤਾ ਕਿੱਦਾਂ ਜੋੜਾਂ ਮਾਂ, ਵਾਹ ਵਾਹ ਵਾਹ। ਮੈਂ ਤੇਰੇ ਲਈ ਕਵਿਤਾ ਕਿੱਦਾਂ ਜੋੜਾਂ ਮਾਂ, ਚਾੜਿਆ ਤੂੰ ਜੋ ਕਰਜ਼ਾ ਕਿੱਦਾਂ ਮੋੜਾਂ ਮਾਂ। ਕੀ ਬਾਤ ਹੈ। ਮਾਂ ਤੂੰ ਮੇਥੋਂ ਦੂਰ ਕਦੀ ਵੀ ਜਾਈ ਨਾ, ਤੇਰੀਆਂ ਤਾਂ ਹਰ ਵੇਲੇ ਮੈਨੂੰ ਲੋੜਾਂ ਮਾਂ। ਕੀ ਬਾਤ ਹੈ। ਮਾਵਾਂ ਦੇ ਨਾਲ ਸਭ ਤੋਂ ਵੱਧ ਪਿਆਰ ਕਰੋ, ਮਾਵਾਂ ਦੇ ਨਾਲ ਸਭ ਤੋਂ ਵੱਧ ਪਿਆਰ ਕਰੋ, ਹਰ ਵੇਲੇ ਹੀ ਹਰ ਮਾਂ ਦਾ ਸਤਿਕਾਰ ਕਰੋ। ਮਨਜੀਤ ਕਹੇ ਕਿਤੇ ਹੋਰ ਜਾਣ ਦੀ ਲੋੜ ਨਹੀਂ, ਮਾਂ ਦੇ ਚਰਨੀ 2 ਵੇਲੇ ਨਮਸਕਾਰ ਕਰੋ, ਮਾਂ ਦੇ ਚਰਨੀ 2 ਵੇਲੇ ਨਮਸਕਾਰ ਕਰੋ। ਬਹੁਤ ਬਹੁਤ ਧੰਨਵਾਦ। ਬਹੁਤ ਖੂਬਸੂਰਤ ਨਜ਼ਮ ਸੀ ਮਨਜੀਤ ਭੈਣ ਜੀ, ਬਹੁਤ ਵਧੀਆ ਤੁਸੀਂ ਤੇ ਇਹਨਾਂ ਦੀ ਨਾ ਨਜ਼ਮ ਸੁਣਦਿਆਂ ਮੈਨੂੰ ਯਾਦ ਆ ਗਈ, ਕਿਉਂਕਿ ਜਦੋਂ ਮੇਰੇ ਪਿਤਾ ਜੀ ਦੀ ਬਹੁਤ ਜਲਦੀ ਮਤਲਬ ਉਹ ਇਸ ਸੰਸਾਰ ਤੋਂ ਚਲੇ ਗਏ ਸੀ, ਤੇ ਮੇਰੀ ਮਾਂ ਜਿਹੜੀ ਆ ਉਹ ਸਾਨੂੰ, ਮੈਨੂੰ ਔਰ ਮੇਰੇ ਭਰਾ ਨੂੰ ਕਹਿੰਦੀ ਜਦ ਤੱਕ ਮੈਂ ਜਿੰਦੀ ਆ ਤੁਹਾਡੀ ਵਾਹ ਵੱਲ ਨਹੀਂ ਕੋਈ ਦੇਖ ਸਕਦਾ। ਇਹ ਹੈ ਮਾਂ ਦਾ ਜਿਗਰਾ ਜਿਹੜਾ ਹੈ ਐਡਾ ਵੱਡਾ ਹੈ ਕਿ ਉਹ ਕਿਸੇ ਵੀ ਮੁਸੀਬਤ ਨੂੰ, ਕਿਸੇ ਵੀ ਜਿਹੜਾ ਜੋ ਵੀ ਉਹਦੀ ਜ਼ਿੰਦਗੀ ਦੇ ਵਿੱਚ ਆਉਂਦਾ ਉਹਨੂੰ ਬਹਾਦਰੀ ਦੇ ਨਾਲ ਜਿਹੜਾ ਨਾ ਉਹ ਪਾਰ ਕਰਦੀ ਹੈ। ਤੁਸੀਂ ਗੱਲ ਕਰ ਰਹੇ ਸੀਗੇ ਕਿ ਮਾਂ ਨੇ ਕਿੰਨੀ ਬਹਾਦਰੀ ਨਾਲ ਕੀਤਾ, ਕਿ ਮਾਂ ਦੇ ਪਿਆਰ ਦਾ ਮੁੱਲ ਮਨਜੀਤ ਭੈਣ ਜੀ ਨੇ ਜਿਸ ਤਰ੍ਹਾਂ ਕਿਹਾ ਵੀ ਆਪਾਂ ਦੇ ਨਹੀਂ ਸਕਦੇ। ਆਪਾਂ ਕਾਲ ਲੈ ਲਈ, ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਛੋਟੇ ਜਿਹੇ ਜਿਹੜੀਆਂ ਚੰਦ ਲਾਈਨਾਂ ਸੁਣਾਉਂਗਾ ਮਾਂ ਦੇ ਪਿਆਰ ਤੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ ਜੀ? ਰਵਿੰਦਰ ਸਿੰਘ ਗਿੱਲ ਬੋਲਦਾ। ਹਾਂਜੀ ਰਵਿੰਦਰ ਸਿੰਘ ਗਿੱਲ ਜੀ, ਜੀ ਆਇਆਂ ਨੂੰ। ਕੀ ਕਹਿਣਾ ਚਾਹੋਗੇ ਅੱਜ? ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਚੱਲ ਰਿਹਾ। ਥੈਂਕ ਯੂ ਜੀ। ਮਾਮਾ ਤੇ ਇੱਕ ਇਰਸ਼ਾਦ ਜੀ। ਜਿਸਨੇ ਮਾਂ ਦਾ ਪਿਆਰ ਨਹੀਂ ਪਾਇਆ, ਸਮਝੋ ਜੱਗ ਤੇ ਉਹ ਨਹੀਂ ਆਇਆ। ਆਹਾ ਵਾਹ ਵਾਹ। ਜਿਸਨੇ ਮਾਂ ਦਾ ਪਿਆਰ ਨਹੀਂ ਪਾਇਆ, ਸਮਝੋ ਜੱਗ ਤੇ ਉਹ ਨਹੀਂ ਆਇਆ। ਬੱਚਾ ਦੁਨੀਆ 'ਚ ਦੁੱਖ ਨਹੀਂ ਮੰਗਦਾ, ਜ਼ਿੰਦਗੀ ਦੇ ਵਿੱਚ ਭੁੱਖ ਨਹੀਂ ਮੰਗਦਾ। ਵਾਹ ਕੀ ਬਾਤ, ਬਹੁਤ ਅੱਛਾ। ਜਿਹੜਾ ਭੁੱਲਾਂ ਕਰ ਲੈਂਦਾ ਹੈ, ਮਾਂ ਦੀ ਆਖੀ ਜਰ ਲੈਂਦਾ ਹੈ। ਮੰਗ ਲੈ ਮਾਫੀ ਪੁੱਤਰ, ਜੇਕਰ ਮਾਂ ਕੋਲੋਂ ਵੀ ਨਾ ਹੋਵੇ, ਦੁਨੀਆ ਸੁਣੀ ਲੱਗਦੀ ਸਾਰੀ, ਜੇ ਘਰ 'ਚ ਬੈਠੀ ਮਾਂ ਨਾ ਹੋਵੇ। ਕੀ ਬਾਤ ਹੈ ਜੀ, ਵਾਹ। ਮਾਵਾਂ ਨਦੀਆਂ, ਮਾਵਾਂ ਰੁੱਖ ਨੇ। ਵਾਹ ਬਹੁਤ ਖੂਬ, ਮਿਹਰਬਾਨੀ। ਮਾਵਾਂ ਨਦੀਆਂ, ਮਾਵਾਂ ਰੁੱਖ ਨੇ, ਬੱਚਿਆਂ ਦੇ ਦੁਜਾਦੀਆਂ ਦੁੱਖ ਨੇ। ਬਣ ਜਾਏ ਭੀੜ ਜੇ ਬੱਚਿਆਂ ਉੱਤੇ, ਕਾਰਜ ਦੁਨੀਆਂ ਮੰਗਦੀਆਂ ਸੁੱਖ ਨੇ। ਕੋਈ ਕਿਸੇ ਦੀ ਖੈਰ ਨਹੀਂ ਮੰਗਦਾ, ਜੇ ਦਿਲ ਵਿੱਚ ਨਿੱਘਾ ਚਾਹ ਨਾ ਹੋਵੇ, ਦੁਨੀਆ ਸੁਣੀ ਲੱਗਦੀ ਸਾਰੀ, ਜੇ ਘਰ ਵਿੱਚ ਬੈਠੀ ਮਾਂ ਨਾ। ਵਾਹ ਕੀ ਬਾਤ ਹੈ ਜੀ, ਵਾਹ। ਹੁੰਦੇ ਨੇ ਕਈ ਐਸੇ ਬੱਚੇ ਜੋ ਮਾਂ ਦਾ ਸਤਿਕਾਰ ਨਹੀਂ ਕਰਦੇ। ਅੱਖੋਂ ਓਲੇ ਮਾਂ ਜੇ ਹੋ ਜਾਏ, ਰੋ ਰੋ ਕੇ ਫਿਰ ਹੋਕੇ ਭਰਦੇ। ਦੇਊ ਆ ਕੇ ਕੌਣ ਦਲਾਸੇ, ਜਦ ਸਿਰ ਤੇ ਠੰਡੀ ਛਾਂ ਨਾ ਹੋਵੇ। ਵਾਹ। ਦੁਨੀਆ ਸੁਣੀ ਲੱਗਦੀ ਸਾਰੀ, ਜੇ ਘਰ ਵਿੱਚ ਬੈਠੀ ਮਾਂ ਨਾ। ਬਹੁਤ ਅੱਛਾ, ਵਾਹ ਜੀ, ਬਹੁਤ ਅੱਛਾ। ਰੱਬ ਤੋਂ ਅਗਲਾ ਰੂਪ ਹੈ ਮਾਂ ਦਾ ਬੱਚਿਆਂ ਦੀ। ਹੈਲੋ ਕਾਲ ਡ੍ਰੌਪ ਹੋ ਗਈ ਲੱਗਦਾ 3 ਮਿੰਟ ਤੋਂ ਬਾਅਦ, ਕਿਉਂਕਿ ਆਟੋਮੈਟਿਕਲੀ ਕੱਟ ਹੋ ਜਾਂਦੀ ਹੈ। ਬਾਕੀ ਗਿੱਲ ਸਾਹਿਬ ਤੁਸੀਂ ਬਹੁਤ ਵਧੀਆ ਸੁਣਾਉਂਦੇ ਹੋ, ਜਿਹੜੀ ਵੀ ਰਚਨਾ ਸੁਣਾਉਂਦੇ ਹੋ, ਤੇ ਦਿਲ ਤਾਂ ਤੁਹਾਨੂੰ ਹਮੇਸ਼ਾ ਬਹੁਤ ਸੁਣਨ ਨੂੰ ਕਰਦਾ, ਪਰ ਕੀ ਕਰੀਏ, ਟਾਈਮ ਦੀ ਪਾਬੰਦੀ ਵੀ ਹੈਗੀ ਹੈ, ਉਹ ਕੱਟ ਹੋ ਜਾਂਦੀ ਹੈ ਕਾਲ ਆਟੋਮੈਟਿਕਲੀ। ਸੋ ਗੱਲ ਆਪਾਂ ਕਰ ਰਹੇ ਸੀ ਮਾਂ ਦੇ ਪਿਆਰ ਦੀ, ਜਿਸ ਤਰ੍ਹਾਂ ਗਿੱਲ ਭਾਈ ਨੇ ਕਿਹਾ, ਜੇ ਮਾਂ ਘਰ 'ਚ ਨਾ ਹੋਵੇ ਤਾਂ ਘਰ ਸੁਣਨਾ ਹੀ ਲੱਗਦਾ ਹੈ। ਉਹਦੇ ਮਾਂ ਦਾ ਜਿਹੜਾ ਪਿਆਰ ਦਾ ਮੁੱਲ ਆਪਾਂ ਦੇ ਨਹੀਂ ਸਕਦੇ ਕਦੀ। ਬਿਲਕੁਲ, ਕਿਉਂਕਿ ਮਾਂ ਜਿਹੜੀ ਹੈ ਉਹਦਾ ਪਿਆਰ ਨਿਸ਼ਕਾਮ ਹੈ। ਹਾਂਜੀ, ਉਹਦੀ ਕੋਈ ਤੁਹਾਨੂੰ ਬੱਚਿਆਂ ਕੋਲੋਂ ਐਕਸਪੈਕਟ ਨਹੀਂ ਕਰਦੀ ਉਹ ਕੁਝ ਵੀ। ਸੋ ਇਹੋ ਜਿਹਾ ਜਿਹੜਾ ਤੁਹਾਨੂੰ ਨਿਸ਼ਚਲ ਔਰ ਨਿਸ਼ਕਾਮ ਪਿਆਰ ਹੈ, ਹੋਰ ਕਿਤੋਂ ਨਹੀਂ ਮਿਲ ਸਕਦਾ। ਮੈਂ ਉਹ ਚੰਦ ਲਾਈਨਾਂ ਥੋੜੀ ਨਜ਼ਰ ਕਰਦਾ ਜੀ। ਕਹਿੰਦੇ ਮੁੱਲ ਮਾਂ ਦੇ ਪਿਆਰ ਦਾ ਕੀ ਦੱਸਾਂ, ਮੁੱਲ ਮਾਂ ਦੇ ਪਿਆਰ ਦਾ ਕੀ ਦੱਸਾਂ, ਕਿ ਮਾਵਾਂ ਕੀ ਲਾੜ ਲੜਾਉਂਦੀਆਂ ਨੇ। ਵਾਹ। ਸਾਰੀ ਰਾਤ ਸੌਂਦੀਆਂ ਨੇ ਥਾਂ ਗਿੱਲੀ, ਸਾਰੀ ਰਾਤ ਸੌਂਦੀਆਂ ਨੇ ਥਾਂ ਗਿੱਲੀ, ਤੇ ਸੁੱਖੀ ਤਾਂ ਥਾਂ ਤੇ ਪੁੱਤਾਂ ਨੂੰ ਪਾਉਂਦੀਆਂ ਨੇ। ਉਹ ਆਪ ਭੁੱਖੀ ਰਹਿ ਕੇ ਕੁੱਟ ਚੂਰੀਆਂ ਪੁੱਤ ਨੂੰ ਖਵਾਉਂਦੀਆਂ ਨੇ। ਉਹ ਆਪ ਭੁੱਖੀ ਰਹਿ ਕੇ ਕੁੱਟ ਚੂਰੀਆਂ ਪੁੱਤ ਨੂੰ ਖਵਾਉਂਦੀਆਂ ਨੇ। ਐਸੇ ਵਾਸਤੇ ਕਿਹਾ ਯਾਰੋ, ਮਾਵਾਂ ਰੱਬ ਦਾ ਰੂਪ ਕਹਾਉਂਦੀਆਂ ਨੇ। ਬਿਲਕੁਲ। ਸੋ ਜੋ ਮਾਂ ਕਰ ਸਕਦੀ ਹੈ, ਉਹ ਦੁਨੀਆ 'ਚ ਕੋਈ ਨਹੀਂ ਕਰ ਸਕਦਾ ਆਪਣੇ ਬੱਚੇ ਲਈ।
ਹਾਲਾਂਕਿ ਪਿਓ ਜਿਹੜਾ ਹੈ ਉਹ ਵੀ ਬੱਚੇ ਨੂੰ ਨਹੀਂ ਪਿਆਰ ਕਰਦਾ ਜਿੰਨਾ ਮਾਂ ਕਰਦੀ ਹੈ, ਪਰ ਫਿਰ ਵੀ ਮਾਂ ਦੇ ਮੁੱਲ ਦਾ ਪਿਆਰ ਆਪਾਂ ਦੇ ਨਹੀਂ ਸਕਦੇ। ਬਿਲਕੁਲ ਬਿਲਕੁਲ। ਕਾਲ ਆ ਗਈ, ਆਪਾਂ ਕਾਲ ਲੈ ਲਈਏ, ਇਸ ਕਾਲ ਤੋਂ ਬਾਅਦ ਫਿਰ ਗੱਲ ਕਰਾਂਗੇ। ਹਾਂਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਪਿਛਲਾ ਟੱਪਾ ਰਹਿ ਗਿਆ ਸੀ ਇੱਕ। ਹਾਂਜੀ ਇਰਸ਼ਾਦ ਜੀ ਆ ਜਾਓ। ਰੱਬ ਤੋਂ ਅਗਲਾ ਰੂਪ ਹੈ ਮਾਂ ਦਾ, ਬੱਚਿਆਂ ਦਾ ਹੁੰਦੀ ਮਾਂ ਸਹਾਰਾ। ਉੱਜੜ ਜਾਂਦੀ ਧਰਤੀ ਉਹ ਟੁੱਟ ਜਾਵੇ ਜੇ ਨਦੀ ਕਿਨਾਰਾ। ਹਾਂ ਵਾਕਈ। ਪਾਣੀ ਨਹੀਂ ਰੁਕਦਾ, ਵਿਹੜਾ ਨਹੀਂ ਸੁੱਕਦਾ, ਜਿਵੇਂ ਜੇ ਚੜੀ ਧੁੱਪ ਨਾ ਵਗਦੀ ਵਾਹ ਹੋਵੇ। ਦੁਨੀਆ ਸੁਣੀ ਲੱਗਦੀ ਸਾਡੇ ਘਰ ਵਿੱਚ ਬੈਠੀ ਮਾਂ ਨਾ ਹੋਵੇ। ਵਾਕਈ ਵਾਕਈ ਗਿੱਲ ਸਾਹਿਬ, ਮਿਹਰਬਾਨੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਤੁਸੀਂ ਬਹੁਤ ਵਧੀਆ ਰਚਨਾ ਨੂੰ ਕਿਹਾ, ਸਾਡੇ ਨਾਲ ਸਾਂਝੀ ਕੀਤਾ ਸਾਡੇ ਸਰੋਤਿਆਂ ਨਾਲ। ਸੋ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਵੀ ਮਾਂ ਤੋਂ ਬਿਨਾਂ ਆਪਾਂ ਬਿਲਕੁਲ ਅਧੂਰੇ ਹੁੰਦੇ ਹਾਂ। ਬਿਲਕੁਲ ਬਿਲਕੁਲ। ਕਿ ਦੇਖੋ ਕਈ ਵਾਰੀ ਅਸੀਂ ਹੁਣ ਬੱਚੇ ਬੜੇ ਜਦੋਂ ਹੋ ਜਾਂਦੇ ਨਾ, ਫਿਰ ਬੱਚੇ ਕਹਿ ਦਿੰਦੇ ਮਾਂ ਤੈਨੂੰ ਕੀ ਪਤਾ, ਅਸੀਂ ਹੁਣ ਬੜਾ ਬਣ ਗਏ ਆ, ਸਾਨੂੰ ਕਈ ਕੰਮ ਕਰਨੇ ਪੈਂਦੇ ਆ ਔਰ ਇਹ ਅੱਗੇ ਵਧਣ ਲਈ ਕੀ ਬਰਦਾਸ਼ਤ ਕਰਨਾ ਪੈਂਦਾ ਹੈ। ਉਸ ਗੱਲ ਨੂੰ ਤੂੰ ਕੀ ਜਾਣਦੀ? ਹੁਣ ਮਾਂ ਵਿਚਾਰੀ ਉਸ ਵੇਲੇ ਕੀ ਬੋਲੇ ਵੀ ਮੈਂ ਬਰਦਾਸ਼ਤ ਕਿੱਦਾਂ ਕਰਦੀ ਹਾਂ। ਸੋ ਮੈਂ ਉਹਨਾਂ ਬੱਚਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਜਿਹੜੇ ਬੱਚੇ ਕਹਿੰਦੇ ਵੀ ਮਾਂ ਤੂੰ ਕੀ ਜਾਣੇ ਬਰਦਾਸ਼ਤ ਅਸੀਂ ਕੀ ਕਰਦੇ ਆ। ਸੋ ਉਹ ਸੀ ਪੇੜ ਤੋਂ ਨਾ ਪੁੱਛਣਾ, ਪੇੜਾਂ ਤੋਂ ਨਾ ਪੁੱਛਣਾ ਕਿ ਫਲ ਦੇਣ ਲਈ ਉਹ ਕੀ ਸਹਿੰਦੇ ਨੇ। ਪੇੜਾਂ ਤੋਂ ਨਾ ਪੁੱਛਣਾ ਫਲ ਦੇਣ ਲਈ ਉਹ ਕੀ ਸਹਿੰਦੇ ਨੇ, ਜਿਸ ਨੇ ਆਪਣੀ ਕੋਖ 'ਚ ਔਲਾਦ ਨੂੰ ਜਨਮਿਆ ਹੋਵੇ। ਜਿਸ ਨੇ ਆਪਣੀ ਕੋਖ ਤੋਂ ਔਲਾਦ ਨੂੰ ਜਨਮਿਆ ਹੋਵੇ, ਉਹਨੂੰ ਦੱਸਣਾ ਕਿ ਬਰਦਾਸ਼ਤ ਕਰਨਾ ਕਿਹਨੂੰ ਕਹਿੰਦੇ ਨੇ। ਵਾਹ ਵਾਹ, ਕੀ ਬਾਤ ਹੈ। ਕਿਉਂਕਿ ਮਾਂ ਨੇ ਜੋ ਦਰਦ ਸਹੇ ਹੁੰਦੇ, ਜੋ ਬਰਦਾਸ਼ਤ ਕੀਤਾ ਹੁੰਦਾ ਇੱਕ ਬੱਚੇ ਨੂੰ ਜਨਮ ਦੇਣ ਲਈ, ਅਸੀਂ ਉਹਨੂੰ ਕੀ ਕਹਿ ਸਕਦੇ ਵੀ ਬਰਦਾਸ਼ਤ ਕਰਨਾ ਕੀ। ਉਸ ਤੋਂ ਬਾਅਦ ਕਿ ਬਰਦਾਸ਼ਤ ਤਾਂ ਕੁਝ ਨਹੀਂ ਨਾ ਹੈਗਾ, ਕਿਉਂਕਿ ਮਾਂ ਇੱਕ ਦੂਸਰੇ ਜਨਮ 'ਚ ਆਉਂਦੀ ਹੈ, ਉਹ ਵੀ ਆਪਣੀ ਮੌਤ ਨਾਲ ਲੜ ਕੇ ਸਾਨੂੰ ਜਨਮ ਦਿੰਦੀ ਹੈ। ਬਿਲਕੁਲ ਇਸੇ ਕਰਕੇ ਗੁਰੂ ਨਾਨਕ ਦੇਵ ਨੇ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਵਾਕਈ ਇਹ ਗੱਲ ਸੱਚਾਈ ਹੈ। ਇਹ ਇਸ ਤੋਂ ਵੱਡੀ ਇੱਜ਼ਤ ਜਿਹੜੀ ਹੈ ਨਾ ਮਾਂ ਦੀ ਨਹੀਂ ਹੋ ਸਕਦੀ। ਕਿਉਂਕਿ ਗੁਰੂ ਸਾਹਿਬਾਨ ਨੇ ਵੀ ਸਾਡੀ ਇਹ ਗੱਲ ਮਾਂ ਨੂੰ ਕਿੱਥੇ ਰੱਖਿਆ। ਸਾਡੇ ਧਰਮ 'ਚ ਇੱਕ ਵਡਿਆਈ ਹੈ ਕਿ ਮਾਂ ਦਾ ਜਿਹੜਾ ਦਰਜਾ ਉਹਨਾਂ ਨੇ ਵੀ ਉੱਪਰ ਰੱਖਿਆ। ਬਿਲਕੁਲ। ਕਾਲ ਆ ਗਈ, ਆਪਾਂ ਕਾਲ ਲੈ ਲਈਏ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਭਾਜੀ ਬੋਲਦੇ ਜੀ? ਮੈਂ ਜੀ ਲੰਡਨ ਤੋਂ ਬੋਲ ਰਿਹਾ, ਕਾਉਂਸਲਰ ਰਾਜੂ ਸੰਸਾਰਪੁਰੀ। ਹਾਂਜੀ ਰਾਜੂ ਸੰਸਾਰਪੁਰੀ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਕੀ ਕਹਿਣਾ ਚਾਹੋਗੇ ਅੱਜ? ਦੇਖੋ ਜਿਹੜਾ ਤਾਂ ਹੁਣ ਅੱਜ ਆਪਾਂ ਗੱਲ ਕਰ ਹੀ ਰਹੇ ਹਾਂ ਜੀ, ਹੈ ਨਾ ਜੀ, ਮਾਂ ਇੱਕ ਏਦਾਂ ਦਾ ਸ਼ਬਦ ਆ ਕਿ ਜਿਹੜੇ ਬਾਕੀ ਦੇ ਕਈ ਬੰਦੇ ਦੀ ਆਈਡੈਂਟੀਫਿਕੇਸ਼ਨ ਆ ਨਾ, ਉਹ ਵੀ ਮਾਂ ਨਾਲ ਹੀ ਜੁੜੀ ਪਈ। ਵਾਕਈ ਜਿੱਦਾਂ ਆਪਾਂ ਕਹਿ ਦਿੰਦੇ ਕਿ ਹਾਂ ਜੀ ਕਿ ਤੇਰੀ, ਆਪਾਂ ਜਦੋਂ ਵੀ ਕਿਤੇ ਵਰਡ ਯੂਜ਼ ਕਰਦੇ ਹਾਂ ਉਹ ਇਹ ਯੂਜ਼ ਕਰਦੇ ਹਾਂ ਕਿ ਤੇਰੀ ਮਦਰਲੈਂਡ ਕਿਹੜੀ ਹੈ। ਹਾਂਜੀ, ਮਾਤਰ ਭੂਮੀ ਕਿਹੜੀ ਹੈ। ਠੀਕ ਹੈ। ਹਾਂਜੀ, ਮਾਤਰ ਭੂਮੀ ਸਾਡੀ ਉਹ ਵੀ ਹੁੰਦੀ ਜਿੱਥੇ ਸਾਡੀ ਮਾਂ ਹੁੰਦੀ, ਜਿੱਥੇ ਮਾਂ ਹੁੰਦੀ। ਤੇ ਉਦੋਂ ਵੀ ਜ਼ਿਆਦਾ ਇਹਦੀ ਅਹਿਮੀਅਤ ਰੱਖਦੀ ਹੋਵੇਗੀ ਸਾਡੀ ਭਾਸ਼ਾ। ਜਿੱਦਾਂ ਆਪਾਂ ਕਹਿੰਦੇ ਸਾਡੀ ਮਦਰ ਲੈਂਗੁਏਜ ਹੈ, ਅਸੀਂ ਕਹਿੰਦੇ ਸੀ ਸਾਡੀ, ਕਿਉਂ ਉਹ ਡੰਡੀ ਵੀ ਸਾਨੂੰ ਉਹਨੇ ਮਾਂ ਨਹੀਂ ਦਿੱਤੀ। ਕਿਉਂਕਿ ਮੈਂ ਅੱਜ ਕਿਉਂ ਪੰਜਾਬੀ ਬੋਲ ਰਿਹਾ, ਕਿਉਂਕਿ ਮੇਰੀ ਮਾਂ ਨੇ ਮੈਨੂੰ ਪੰਜਾਬੀ ਬੋਲਣੀ ਸਿਖਾਈ। ਕੀ ਬਾਤ। ਮੇਰੀ ਮਾਂ ਪੰਜਾਬੀ ਬੋਲਦੀ। ਹਾਂਜੀ। ਔਰ ਤਿੰਨ ਚੀਜ਼ਾਂ ਕਹਿੰਦੇ ਇਨਸਾਨ ਨਾ ਜ਼ਿੰਦਗੀ 'ਚ ਕੁਝ ਵੀ ਕਰ ਲਵੇ, ਉਹ ਤਿੰਨ ਚੀਜ਼ਾਂ ਕਦੀ ਨਹੀਂ ਭੁੱਲ ਸਕਦਾ। ਇੱਕ ਉਹ ਆਪਣੀ ਮਾਂ ਜਿਹਨੇ ਜਨਮ ਦਿੱਤਾ, ਇੱਕ ਉਹ ਧਰਤੀ ਮਾਂ। ਠੀਕ ਹੈ ਜੀ। ਹੁਣ ਅਸੀਂ ਬ੍ਰਿਟਿਸ਼ ਪਾਸਪੋਰਟ ਬਣਾ ਲਿਆ, ਅਮਰੀਕਾ ਦਾ ਪਾਸਪੋਰਟ ਬਣਾ ਲਿਆ, ਕਿਤੇ ਬਣਾ ਲਿਆ, ਸਾਡੇ ਪਾਸਪੋਰਟ ਤੇ ਜਿਹੜਾ ਬਰਥ ਪਲੇਸ ਆ ਉਹ ਜਲੰਧਰ ਪੰਜਾਬ ਇੰਡੀਆ ਹੀ ਲਿਖਿਆ ਜਾਣਾ। ਹਾਂਜੀ ਹਾਂਜੀ। ਅੱਛਾ, ਜੇ ਅਸੀਂ ਹੁਣ ਕੋਈ ਨੈਸ਼ਨੈਲਿਟੀ ਆਪਣੇ ਕੋਈ ਹੋਰ ਵੀ ਇੰਗਲਿਸ਼ ਬੋਲਣ ਲੱਗ ਪਈਏ, ਫ੍ਰੈਂਚ ਬੋਲਣ ਲੱਗ ਪਈਏ, ਪਰ ਜਿਹੜੀ ਸਾਡੀ ਮਾਤਰ ਭਾਸ਼ਾ ਉਹ ਸਾਡੇ ਮਰਨ ਤੱਕ ਸਾਡੇ ਨਾਲ ਹੀ ਰਹਿਣੀ। ਇਹ ਜਿਹੜੀਆਂ ਤਿੰਨੇ ਚੀਜ਼ਾਂ ਉਹ ਸਾਡੀ ਮਾਂ ਨੇ ਦਿੱਤੀਆਂ ਹੁੰਦੀਆਂ। ਇਹਦੇ ਕਰਕੇ ਜਿਹੜੀ ਬੰਦੇ ਦੀ ਪਹਿਚਾਣ ਆ ਉਹਦੀ ਮਾਂ ਦੇ ਨਾਲ ਹੀ। ਹਾਂਜੀ ਬਿਲਕੁਲ, ਵਾਕਈ। ਓਕੇ, ਥੈਂਕ ਯੂ ਜੀ, ਥੈਂਕ ਯੂ ਰਾਜੂ ਜੀ, ਬਹੁਤ ਵਧੀਆ ਤੁਸੀਂ ਅੱਜ ਗੱਲ ਕੀਤੀ ਹੈ। ਵਾਕਈ ਇਹ ਗੱਲ ਸੱਚਾਈ ਹੈ, ਕਿਉਂਕਿ ਚਾਹੇ ਅਸੀਂ ਨੈਸ਼ਨੈਲਿਟੀ ਬ੍ਰਿਟਿਸ਼ ਲੈ ਲਈਏ ਜਾਂ ਕੋਈ ਵੀ ਲੈ ਲਈਏ, ਤੇ ਇਹ ਨਾਲ ਸਾਡੇ ਨਾਲ ਵੀ ਹੋਇਆ ਕਿ ਜਦੋਂ ਸਾਨੂੰ ਪੁੱਛਦੇ ਨੇ ਵੀ ਤੁਹਾਡੀ ਨੈਸ਼ਨੈਲਿਟੀ ਕੀ ਹੈ, ਸਾਨੂੰ ਬੜਾ ਔਡ ਜਿਹਾ ਲੱਗਦਾ ਵੀ ਅਸੀਂ ਕੀ ਦੱਸੀਏ ਵੀ ਹੁਣ ਅਸੀਂ ਇੰਡੀਅਨ ਨਹੀਂ ਹੈਗੇ, ਹੁਣ ਅਸੀਂ ਬ੍ਰਿਟਿਸ਼ ਹਾਂ ਜਾਂ ਅਸੀਂ ਇਟਾਲੀਅਨ ਜਾਂ ਜੋ ਵੀ ਹੈ ਨਾ। ਬੜਾ ਦਿਲ ਨੂੰ ਉੱਦਾਂ ਲੱਗਦਾ ਵੀ ਅਸੀਂ ਕਿਉਂ ਕਹਿ ਰਹੇ ਹਾਂ ਵਰਡ ਨੂੰ। ਪਰ ਜਦੋਂ ਤੁਹਾਡੀ ਮਦਰ ਟੰਗ ਪੁੱਛਦੇ ਨੇ, ਹਾਂਜੀ, ਉਦੋਂ ਅਸੀਂ ਕਹਿੰਦੇ ਪੰਜਾਬੀ। ਹਾਂਜੀ ਹਾਂਜੀ। ਸੋ ਵਾਕਈ ਰਾਜੂ ਜੀ ਨੇ ਬਹੁਤ ਵਧੀਆ ਗੱਲ ਕਹੀ। ਇਹ ਤਿੰਨ ਚੀਜ਼ਾਂ ਸਾਡੇ ਨਾਲ ਕਦੀ ਨਹੀਂ ਸਾਡੇ ਤੋਂ ਦੂਰ ਹੋਣੀਆਂ, ਚਾਹੇ ਅਸੀਂ ਜਿੱਥੇ ਮਰਜ਼ੀ ਚਲੇ ਜਾਈਏ। ਹਾਂਜੀ ਹਾਂਜੀ। ਆਪਾਂ ਗੱਲ ਕਰ ਰਹੇ ਸੀ ਮਾਂ ਦੀ, ਹੈ ਨਾ, ਕਿ ਮਾਂ ਦਾ ਜਿਹੜਾ ਪਿਆਰ ਹੈ ਉਹ ਇੱਕ ਨਿਸ਼ਕਾਮ ਪਿਆਰ ਹੈ। ਤੇ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਤੁਸੀਂ ਆਪ ਇੱਕ ਮਾਂ ਹੋ, ਤੁਹਾਨੂੰ ਪਤਾ ਹੈ। ਦੇਖੋ ਇਹਦੇ ਵਿੱਚ ਜਿਹੜਾ ਨਿਸ਼ਕਾਮ ਪਿਆਰ ਦਾ ਮਤਲਬ ਹੈ ਕਿ ਉਹਦਾ ਨਾ ਇੱਕ ਮੈਂ ਸਮਝਦੀ ਹਾਂ ਕਿ ਮਾਂ ਤੇ ਜਿਹੜਾ ਬੱਚੇ ਦਾ ਇੱਕ ਰਿਸ਼ਤਾ ਹੈ ਨਾ, ਉਹ ਇੱਕ ਬੜਾ ਸਹਿਜ ਰਿਸ਼ਤਾ ਹੈ।
ਬਈ ਉਹਦੇ ਵਾਸਤੇ ਕਈ ਵਾਰੀ ਅਸੀਂ ਜਿਹੜੇ ਜ਼ਿੰਦਗੀ ਦੇ ਵਿੱਚ ਦੂਸਰੇ ਰਿਸ਼ਤੇ ਨੇ ਅਸੀਂ ਉਹਨਾਂ ਨੂੰ ਕਾਇਮ ਕਰਨ ਵਾਸਤੇ, ਉਹਨਾਂ ਨੂੰ ਬਣਾਏ ਰੱਖਣ ਵਾਸਤੇ ਐਕਸਟਰਾ ਤਰੱਦਦ ਕਰਦੇ ਹਾਂ ਵਾਕਈ, ਤਾਂ ਕਿ ਉਹ ਰਿਸ਼ਤੇ ਬਣੇ ਰਹਿਣ। ਲੇਕਿਨ ਮਾਂ ਦਾ ਰਿਸ਼ਤਾ ਜਿਹੜਾ ਉਹ ਇੰਨਾ ਸਹਿਜ, ਨਿਸ਼ਕਾਮ ਤੇ ਹੈ ਹੀ ਪਰ ਉਹ ਇੰਨਾ ਸਹਿਜ ਹੈ ਕਿ ਉਹਦੇ ਵਾਸਤੇ ਤੁਹਾਨੂੰ ਕਿਸੇ ਤਰੱਦਦ ਦੀ ਲੋੜ ਨਹੀਂ। ਮਾਂ ਤੁਹਾਨੂੰ ਲੱਖ ਝਿੜਕਾ ਮਾਰ ਲਵੇ ਲੇਕਿਨ ਤੁਸੀਂ ਜਿਹੜੇ ਹੈ ਉਹ ਉਹਨਾਂ ਨੂੰ ਉਹ ਫਿਰ ਵੀ ਤੁਹਾਨੂੰ ਤੁਸੀਂ ਮਾਂ ਦੀ ਗੋਦੀ ਦੇ ਵਿੱਚ ਹੀ ਜਾਂਦੇ ਹੋ। ਸੋ ਇਹ ਮਾਂ ਦਾ ਰਿਸ਼ਤਾ ਇੱਕ ਅਨਮੋਲ ਰਿਸ਼ਤਾ ਹੈ ਔਰ ਦੁਨੀਆ ਦੇ ਉੱਤੇ ਸਭ ਤੋਂ ਨਿਆਰਾ ਰਿਸ਼ਤਾ ਔਰ ਬੜਾ ਸਹਿਜ ਰਿਸ਼ਤਾ ਹੈ। ਵਾਕਈ ਇਹ ਗੱਲ ਬਿਲਕੁਲ ਸੱਚੀ ਹੈ ਕਿ ਜਿਹੜਾ ਮਾਂ ਦਾ ਰਿਸ਼ਤਾ ਹੈ ਉਹ ਬਹੁਤ ਹੀ ਨਿਰਾਲਾ ਰਿਸ਼ਤਾ ਹੈ ਔਰ ਮਾਂ ਤੋਂ ਬਿਨਾਂ ਵਾਕਈ ਜਿਹੜਾ ਕਿ ਜ਼ਿੰਦਗੀ ਉਹ ਬਿਲਕੁਲ ਜ਼ਿੰਦਗੀ ਹੈ ਕਿ ਜਿੱਦਾਂ ਕਹਿ ਲਈਏ ਨਾ ਵੀ ਅਸੀਂ ਇੱਕ ਪੇੜ ਆ ਬਿਨਾਂ ਫਲ ਤੋਂ। ਹੁਣ ਮਾਂ ਜਿਹਨਾਂ ਕੋਲ ਨਹੀਂ ਹੈ ਉਹਨਾਂ ਨੂੰ, ਹੁਣ ਸਾਡੇ ਕੋਲ ਮਾਂ ਹੈ ਨਹੀਂ ਲੇਕਿਨ ਸਾਨੂੰ ਪਤਾ ਹੈ ਵੀ ਅੱਜ ਵੀ ਉਹ ਕਿਤੇ ਨਾ ਕਿਤੇ ਸਿਰ 'ਤੇ ਬੈਠੇ ਹੈ, ਆਪਣਾ ਹੱਥ ਆਸ਼ੀਰਵਾਦ ਆਪਣਾ ਜ਼ਰੂਰ ਸਾਡੇ ਸਿਰ 'ਤੇ ਰੱਖਦੀ ਹੈ। ਸੋ ਲੇਕਿਨ ਜਿਹਨਾਂ ਕੋਲ ਹੈਗੀ ਹੈ ਬਸ ਇਹੀ ਗੁਜ਼ਾਰਿਸ਼ ਹੈ ਸਾਡੀ, ਇਹੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਆਪਣੀ ਮਾਂ ਨੂੰ ਪਿਆਰ ਕਰੋ, ਉਹਦਾ ਸਤਿਕਾਰ ਕਰੋ। ਵਾਕਈ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਦਵਿੰਦਰ ਕੌਰ ਜੀ, ਟਾਈਮ ਬਹੁਤ ਥੋੜ੍ਹਾ ਹੈ ਸਾਡੇ ਕੋਲ ਤੇ ਮੈਂ ਚਾਹੁੰਦਾ ਵੀ ਤੁਸੀਂ ਕੁਛ ਇੱਕ ਅੱਧੀ ਗੱਲ ਸਾਡੇ ਨਾਲ ਜੇ ਸਾਂਝੀ ਕਰਨਾ ਚਾਹੁੰਦੇ ਹੋ ਜਾਂ ਸਾਡੇ ਸਰੋਤਿਆਂ ਨੂੰ ਕੁਛ ਕਹਿਣਾ ਚਾਹੁੰਦੇ ਹੋ ਆਪਣੇ ਵੱਲੋਂ ਉਹ ਕਹਿ ਲਓ। ਹਾਂਜੀ, ਮੈਂ ਤਾਂ ਇਹੀ ਕਹਿਣਾ ਚਾਹਾਂਗੀ ਕਿ ਜਿਹੜੀ ਆਪਾਂ ਅੱਜ ਤਾਂ ਅਸੀਂ ਮਾਂ ਦਿਵਸ ਦੀ ਗੱਲ ਕਰ ਰਹੇ ਹਾਂ ਨਾ, ਹਾਂਜੀ, ਪਰ ਮਾਂ ਦਾ ਕੋਈ ਜਿਹੜਾ ਦਿਵਸ ਹੈ ਉਹ ਇੱਕ ਦਿਨ ਨਹੀਂ ਹੋਣਾ ਚਾਹੀਦਾ। ਇਹ ਤਾਂ ਹਰ ਰੋਜ਼ ਮਾਂ ਦਾ ਜਿਹੜਾ ਹੈ ਨਾ ਦਿਵਸ ਹੋਣਾ ਚਾਹੀਦਾ, ਕਿਉਂਕਿ ਮਾਂ ਕੋਈ ਇਹੋ ਜਿਹੀ ਮਹਿਮਾਨ ਨਹੀਂ ਹੈ ਕਿ ਜਿਹੜੀ ਤੁਹਾਡੇ ਸਾਲ ਦੇ ਵਿੱਚ ਇੱਕ ਵਾਰੀ ਤੁਹਾਡੇ ਕੋਲ ਆਉਂਦੀ ਹੈ। ਮਾਂ ਜਿਹੜੀ ਤੁਹਾਡੀ ਜਨਮਦਾਤੀ ਹੈ, ਮਾਂ ਤੁਹਾਡੇ ਨਾਲ ਹਮੇਸ਼ਾ ਰਹਿੰਦੀ ਹੈ ਔਰ ਜੇ ਚਲੀ ਵੀ ਜਾਂਦੀ ਹੈ ਇਸ ਦੁਨੀਆ ਤੋਂ ਤੇ ਉਹ ਤੁਹਾਡਾ ਅਹਿਸਾਸ ਬਣ ਕੇ ਤੁਹਾਡੇ ਹਿਰਦੇ ਅੰਦਰ ਰਹਿੰਦੀ ਹੈ, ਤੁਹਾਡੀ ਰੂਹ ਵਿੱਚ ਰਹਿੰਦੀ ਹੈ। ਤੇ ਇਸ ਕਰਕੇ ਠੀਕ ਹੈ, ਇੱਕ ਅਸੀਂ ਦਿਵਸ, ਇੱਕ ਯਾਦ ਸਪੈਸ਼ਲ ਜਿਹੜੀ ਹੈ, ਜਿਵੇਂ ਅੱਜ ਅਸੀਂ ਨਜ਼ਮਾਂ ਸੁਣਾ ਰਹੇ ਹਾਂ, ਤੁਸੀਂ ਨਜ਼ਮਾਂ ਸੁਣਾ ਰਹੇ ਹੋ, ਉਹ ਇੱਕ ਵੱਖਰੀ ਗੱਲ ਹੈ। ਲੇਕਿਨ ਮਾਂ ਦਾ ਜਿਹੜਾ ਦਿਵਸ ਹੈ ਉਹ ਮੈਂ ਸਮਝਦੀ ਹਾਂ ਕਿ ਹਰ ਰੋਜ਼ ਹੈ। ਵਾਕਈ ਦਵਿੰਦਰ ਕੌਰ ਜੀ, ਤੁਸੀਂ ਬਹੁਤ ਵਧੀਆ ਸਾਡੇ ਨਾਲ ਅੱਜ ਆਪਣੀ ਜਿਹੜੀ ਰਚਨਾ ਸਾਂਝੀਆਂ ਕੀਤੀਆਂ, ਗੱਲਬਾਤ ਕੀਤੀ ਹੈ। ਮੈਂ ਤਹਿ ਦਿਲੋਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਟਾਈਮ ਕੱਢ ਕੇ। ਮੈਂ ਤਾਂ ਤੁਹਾਡਾ ਸ਼ੁਕਰਗੁਜ਼ਾਰ ਤੁਹਾਡੀ ਹੈਗੀ ਹਾਂ ਕਿ ਤੁਸੀਂ ਮੈਨੂੰ ਇਹ ਮੌਕਾ ਦਿੱਤਾ, ਕਿਉਂਕਿ ਕਰੋਨਾ ਪੀਰੀਅਡ ਦੇ ਵਿੱਚ ਘਰ 'ਚ ਇੰਨੇ ਅਸੀਂ ਬੰਦ ਹੋ ਗਏ ਸੀ ਕਿ ਕਿਧਰੇ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ ਤੇ ਅੱਜ ਮੈਨੂੰ ਬੜਾ ਅੱਛਾ ਲੱਗ ਰਿਹਾ ਸਟੂਡੀਓ ਦੇ ਵਿੱਚ ਆ ਕੇ। ਬੜੇ ਮਾਣ ਦੀ ਗੱਲ ਹੈ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਤੁਹਾਡੇ ਨਾਲ ਪ੍ਰੋਗਰਾਮ ਕਰਕੇ ਕਿ ਇੱਕ ਮਾਂ ਮੇਰੇ ਨਾਲ ਆਉਂਦੀ ਹੈ। ਤੁਹਾਡੇ 'ਚ ਮੈਨੂੰ ਆਪਣੀ ਮਾਂ ਹੀ ਨਜ਼ਰ ਆਉਂਦੀ ਹੈ। ਹਾਂਜੀ, ਸੋ ਗੱਲ ਕਹਿੰਦੇ ਨਾ ਵੀ ਬੱਚੇ ਦੀ ਜ਼ਿੰਦਗੀ 'ਚ ਮਾਂ ਦਾ ਜਿਹੜਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇ ਸਾਨੂੰ ਸੰਸਕਾਰ, ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਹੈ ਕਿ ਸਾਨੂੰ ਜੋ ਸੰਸਕਾਰ ਮਿਲਦੇ ਆ ਉਹ ਮਾਂ ਤੋਂ ਹੀ ਮਿਲਦੇ ਆ। ਔਰ ਮੈਂ ਇਹ ਸਮਝਦਾ ਕਿ ਬੱਚਾ ਦੁਨੀਆ ਦਾ ਕੋਈ ਵੀ ਦੁਖੀ ਨਾ ਹੁੰਦਾ। ਮੈਂ ਚੰਦ ਲਾਈਨਾਂ 'ਚ ਇਹ ਗੱਲ ਨੂੰ ਕਹਿਣਾ, ਇਰਸ਼ਾਦ, ਜਿਹੜੇ ਕਹਿੰਦੇ ਦੁਨੀਆ ਜਿਹੜੀ ਜੇ ਮਾਂ ਹੋਵੇ ਨਾ ਤੇ ਅਸੀਂ ਜਿਹੜਾ ਸਾਡਾ ਜਿਹੜਾ ਰਿਸ਼ਤਾ ਆ ਉਹ ਇੱਕ ਐਸਾ ਰਿਸ਼ਤਾ ਬਣ ਜਾਂਦਾ ਹੈ ਹਰ ਬੰਦੇ ਦੇ ਨਾਲ ਕਿ ਉਹ ਜਿਹੜਾ ਰਿਸ਼ਤਾ ਆ ਕਦੀ ਵੀ ਆਪਾਂ ਭੁੱਲ ਨਹੀਂ ਸਕਦੇ। ਤੇ ਮੈਂ ਇਹ ਕਹਿਣਾ ਸੀ ਕਿ ਮੇਰੀ ਤਕਦੀਰ 'ਚ ਕੋਈ ਗਮ ਨਾ ਹੁੰਦਾ। ਵਾਹ, ਮੇਰੀ ਤਕਦੀਰ 'ਚ ਕੋਈ ਗਮ ਨਾ ਹੁੰਦਾ ਜੇ ਮੇਰੀ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ। ਵਾਹ। ਸੋ ਦੋਸਤੋ, ਜਿਹੜੀ ਮਾਂ ਹੈ ਇਹ ਬਹੁਤ ਵੱਡੀ ਸਾਡੀ ਕੁਦਰਤ ਦੀ ਦੇਣ ਹੈ, ਕਿਉਂਕਿ ਮਾਂ ਦੇ ਬਿਨਾਂ ਸਾਡਾ ਜਿਹੜਾ ਜੀਵਨ ਹੈ ਉਹ ਅਧੂਰਾ ਹੈ। ਮੈਂ ਤਾਂ ਤੁਹਾਨੂੰ ਇਹ ਕਹੂੰਗਾ, ਜੇ ਤੁਸੀਂ ਆਪਣੇ ਮਾਂ ਪਿਓ ਨੂੰ ਦੂਰ ਹੋ, ਉਹਨਾਂ ਨੂੰ ਨੇੜੇ ਲਿਆਓ, ਆਪਣੇ ਕੋਲ ਰੱਖੋ। ਇਹ ਜਿਹੜੇ ਹੋਮ ਕੇਅਰ ਹੈ ਇਹਨਾਂ 'ਚ ਨਾ ਰੱਖੋ, ਆਪਣੇ ਮਾਂ ਪਿਓ ਨੂੰ ਆਪਣੇ ਕੋਲ ਰੱਖ ਕੇ ਉਹਨਾਂ ਦੀ ਸੇਵਾ ਕਰੋ, ਕਿਉਂਕਿ ਇਸ ਸੇਵਾ ਦੇ ਜ਼ਰੀਏ ਹੀ ਤੁਹਾਡੀ ਜਿਹੜੀ ਜ਼ਿੰਦਗੀ ਹੈ ਉਹ ਰੱਬ ਦੇ ਚਰਨਾਂ ਵਿੱਚ ਲੱਗੇਗੀ ਬਾਅਦ 'ਚੋਂ। ਸੋ ਮਾਂ ਦੀ ਸੇਵਾ, ਪਿਓ ਦੀ ਸੇਵਾ ਜ਼ਰੂਰ ਕਰੋ। ਔਰ ਜੇ ਨਹੀਂ ਤੁਸੀਂ ਹਾਲੇ ਤੱਕ, ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਸੀ, ਉਹਨਾਂ ਨੂੰ ਨਹੀਂ ਫੋਨ ਕੀਤਾ ਅੱਜ ਦੇ ਦਿਨ, ਤਾਂ ਪਲੀਜ਼ ਸਾਡੇ ਦੋਵਾਂ ਦੀ ਗੁਜ਼ਾਰਿਸ਼ ਹੈ ਕਿ ਫੋਨ ਚੱਕੋ ਔਰ ਆਪਣੀ ਮਾਂ ਨੂੰ ਕਹੋ, ਆਈ ਲਵ ਯੂ। ਬਿਲਕੁਲ। ਪਿਆਰੇ ਦੋਸਤੋ, ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਸਮਾਪਤ ਕਰਦੇ ਹਾਂ। ਉਮੀਦ ਕਰਾਂਗੇ ਕਿ ਜਿਹੜੀ ਅੱਜ ਅਸੀਂ ਇਹ ਗੱਲ ਕੀਤੀ ਹੈ ਤੁਸੀਂ ਜ਼ਰੂਰ ਆਪਣੀ ਮਾਂ ਨਾਲ, ਆਪਣੇ ਪਿਓ ਨਾਲ ਸਾਂਝੀ ਕਰੋਗੇ। ਹੁਣ ਸਾਨੂੰ ਦਿਓ ਇਜਾਜ਼ਤ। ਅਗਲੇ ਹਫ਼ਤੇ ਤੱਕ ਤੁਸੀਂ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਤੇ ਸਾਨੂੰ ਆਪਣੀ ਦੁਆਵਾਂ 'ਚ ਯਾਦ ਰੱਖਣਾ। ਰੱਬ ਰਾਖਾ।